ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਸੋ ਸਭ ਤੋਂ ਪਹਿਲਾਂ ਜਾਪ ਦੀ ਸੇਵਾ ਤੋਂ ਕੈਂਪ ਦੀ ਆਰੰਭਤਾ ਕਰਦੇ ਹਾਂ। ਅੱਜ ਦੀ ਜਾਪ ਦੀ ਸੇਵਾ ਬ੍ਰਹਮਦੀਪ ਸਿੰਘ ਜੋਨ ਸੰਗਰੂਰ, APP ਨੰਬਰ 13543। ਬ੍ਰਹਮਦੀਪ ਸਿੰਘ ਜੀ ਕਿਰਪਾ ਕਰਕੇ हैंड रेज करो जी। वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। सतनाम वाहेगुरु 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 सतनाम वाहेगुरु। सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु। वाहेगुरु जी का खालसा वाहेगुरु जी की फतेह। बहुत ਵਧੀਆ ਬ੍ਰਹਮਦੀਪ ਸਿੰਘ ਜੀ, ਦਸਤਾਰ ਬੜੀ ਸੋਹਣੀ ਬੰਨੀ ਹੈ ਤੁਸੀਂ ਵੀਰ ਜੀ। ਇਹਨਾਂ ਨੂੰ ਇੱਕ ਵਾਰੀ ਫਿਰ ਦੁਬਾਰਾ ਸਪੌਟ ਕਰਨਾ ਪਲੀਜ਼। ਬ੍ਰਹਮਦੀਪ ਸਿੰਘ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਮਾਈਕ ਅਨਮਿਊਟ ਕਰੋ। ਬ੍ਰਹਮਦੀਪ ਸਿੰਘ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? जी फिफ्थ ਵਿੱਚ ਪੜ੍ਹਦੇ ਹੋ। ਕਿੱਥੋਂ ਬੋਲ ਰਹੇ ਹੋ जी? इन्ना वजवा। ਹਾਂਜੀ इन्ना वजवा तो जी। ਅੱਛਾ ਇਹ जो ਕਿੱਥੇ संगरूर ਕੌਣ ਨੇ ਜੀ? इन्ना वजवा तो जी बोल रहे हैं ਇੰਚਾਰਜ ਕੌਣ ਨੇ ਜੀ ਤੁਹਾਡੇ ਵਾਈਸੀ? जी भाई बहादुर सिंह कनौरी अंकल। ਦਸਤਾਰ ਬਹੁਤ ਸੋਹਣੀ ਬੰਨੀ ਹੈ ਤੁਸੀਂ, ਬੜੇ ਪਿਆਰ ਦੇ ਨਾਲ ਜਾਪ ਕਰਾਇਆ, ਬਹੁਤ ਧੰਨਵਾਦ ਤੁਹਾਡਾ। ਸੋ ਹੁਣ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਨਗੇ ਜੀ ਜੈਮਨਦੀਪ ਸਿੰਘ ਜੀ, PP ਨੰਬਰ 11440। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ ਪਾਪ ਕਰੇ ਸਤਿਗੁਰ ਕੇ ਸਿਧਾਇਆ ਸਿਮਰਨ ਭਜਾਇ ਨਾਮ ਨਾਮ ਚਿਤਾਇ ਸਿਮਰਨ ਭਜਾਇ ਨਾਮ ਨਾਮ ਚਿਤਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਧੰਨਵਾਦ ਤੁਹਾਡਾ ਯੂਟਿਊਬ ਤੁਸੀਂ ਕੀਰਤਨ ਦੀ ਹਾਜ਼ਰੀ। ਮੈਂ ਸਟੂਡੈਂਟਸ ਨੂੰ ਰਿਕੁਐਸਟ ਕਰਨਾ ਚਾਹਾਂਗੀ ਜਿਹੜੇ ਵੀ ਸਟੂਡੈਂਟ ਕੀਰਤਨ ਦੀ ਹਾਜ਼ਰੀ ਜਾਂ ਜਾਪ ਦੀ ਸੇਵਾ ਲੈਣਾ ਚਾਹੁੰਦੇ ਨੇ, ਜਿਹੜੇ ਨੰਬਰਸ ਐਂਡ ਤੇ ਤੁਹਾਨੂੰ ਡਿਸਪਲੇ ਕੀਤੇ ਜਾਣਗੇ, ਤੁਸੀਂ ਉਹਨਾਂ ਨੰਬਰਸ ਤੇ ਕੰਟੈਕਟ ਕਰਕੇ ਕੀਰਤਨ ਦੀ ਜਾਂ ਜਾਪ ਦੀ ਸੇਵਾ ਲੈ ਸਕਦੇ ਹੋ ਜੀ। ਸੈਸ਼ਨ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਇਨਫੋਰਮ ਦੇਣਾ ਚਾਹਾਂ, ਵੈਸੇ ਬਹੁਤ ਘੱਟ ਬੱਚੇ ਜਿਨ੍ਹਾਂ ਨੂੰ ਚੀਜ਼ ਨਹੀਂ ਪਤਾ, ਤੇ ਉਹਨਾਂ ਵਾਸਤੇ ਕਿਉਂਕਿ ਤੁਹਾਨੂੰ ਯਾਦ ਹੋਏਗਾ 1 ਜੁਲਾਈ ਨੂੰ ਜੂਨ ਦੇ ਵਿੱਚ ਜੋ ਵੀ ਤੁਹਾਡਾ ਕੈਂਪ ਲੱਗਿਆ ਉਹਦਾ ਟੈਸਟ ਹੋਇਆ ਸੀ। ਬਹੁਤ ਸਾਰੇ ਬੱਚਿਆਂ ਨੇ ਟੈਸਟ ਦਿੱਤਾ, ਉਸ ਤੋਂ ਬਾਅਦ ਫਾਰਮ ਭਰਿਆ, ਪਰ ਹੁਣ ਸਾਨੂੰ ਇੱਕ ਦਿੱਕਤ ਆ ਰਹੀ, ਕੁਝ ਬੱਚਿਆਂ ਦੇ ਸਾਨੂੰ ਨਾਮ ਨਹੀਂ ਪਤਾ ਲੱਗਦੇ ਪਏ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ, ਤੁਸੀਂ ਦੇਖੋਗੇ ਤੁਹਾਡੇ ਨੀਚੇ ਜਿਹੜੀ ਆਪਸ਼ਨਸ ਆਉਂਦੀਆਂ ਨਾ, ਜਿੱਥੇ ਤੁਹਾਡਾ ਕੈਮਰਾ ਔਨ ਆਫ ਦੀ ਆਪਸ਼ਨ ਹੈਗੀ ਹੈ, ਉੱਥੇ ਦੇਖੋ ਪਾਰਟਿਸਿਪੈਂਟਸ ਲਿਖਿਆ ਹੈ। ਸਾਰੇ ਜਣੇ ਪਲੀਜ਼ ਉਹਨੂੰ ਕਲਿੱਕ ਕਰੋ ਜੀ, ਪਾਰਟਿਸਿਪੈਂਟਸ ਵਾਲੇ ਨੂੰ। ਮੈਂ ਫਿਰ ਦੁਬਾਰਾ ਰਿਪੀਟ ਕਰ ਰਹੀ ਹਾਂ, ਜਿੱਥੇ ਸਾਹਮਣੇ ਦੇਖੋ, ਸਾਹਮਣੇ ਫੋਟੋ ਆ ਰਹੀ ਹੈ ਤੁਹਾਡੇ ਮੋਬਾਈਲ ਤੇ, ਉਹਦੇ ਨੀਚੇ ਨਾ 3-4 ਆਪਸ਼ਨਸ ਆਉਂਦੀਆਂ ਨੇ, ਜਿਹਦੇ ਵਿੱਚ ਪਹਿਲੀ ਆਏਗੀ ਮਾਈਕ ਬਣਿਆ ਹੁੰਦਾ ਹੈ, ਕਿਸੇ ਦਾ ਰੈੱਡ ਹੋਏਗਾ, ਕਿਸੇ ਦਾ ਸਿਰਫ ਵਾਈਟ ਲਾਈਨਿੰਗ ਹੋਏਗੀ, ਨਾਲ ਵੀਡੀਓ ਹੋਏਗੀ, ਉਸ ਤੋਂ ਬਾਅਦ ਸ਼ੇਅਰਿੰਗ ਤੇ ਨਾਲ ਪਾਰਟਿਸਿਪੈਂਟਸ ਦੀ ਆਪਸ਼ਨ ਹੈ। ਸਾਰੇ ਜਣੇ ਪਾਰਟਿਸਿਪੈਂਟਸ ਕਲਿੱਕ ਕਰ, ਸਾਰਿਆਂ ਨੇ ਕਲਿੱਕ ਕਰ ਲਿਆ ਜੀ। ਹੁਣ ਸਭ ਤੋਂ ਉੱਪਰ ਦੇਖੋ ਕੀ ਨਾਮ ਲਿਖਿਆ ਆ ਰਿਹਾ ਹੈ, ਉੱਥੇ ਤੁਹਾਡਾ ਆਪਣਾ ਨਾਮ ਲਿਖਿਆ ਆਉਣਾ ਚਾਹੀਦਾ ਹੈ। ਜਿਨ੍ਹਾਂ ਦਾ ਉੱਥੇ ਫੋਨ ਦਾ ਨਾਮ ਆ ਰਿਹਾ, ਜਿੱਥੇ ਲਿਖਿਆ ਨਾ ਬ੍ਰੈਕਟ ਦੇ ਵਿੱਚ ਮੀ ਲਿਖਿਆ ਹੋਇਆ, ਮੀ ME ਮੀ ਮਤਲਬ ਮੇਰਾ, ਤੇ ਜਿਨ੍ਹਾਂ ਦਾ ਉਹਦੇ ਤੇ ਆਪਣਾ ਨਾਮ ਨਹੀਂ ਲਿਖਿਆ ਉਹਦੇ ਤੇ ਕਲਿੱਕ ਕਰੋ, ਉਹਦੇ ਤੇ ਆ ਜਾਏਗਾ ਰੀਨੇਮ, ਤੇ ਉੱਥੇ ਆਪਣਾ ਨਾਮ ਲਿਖੋ ਜੀ। ਤੇ ਕੱਲ ਤੋਂ ਜਦੋਂ ਵੀ ਤੁਸੀਂ ਜੁਆਇਨ ਕਰਨਾ ਹੈ ਨਾ, ਜੋ ਤੁਸੀਂ ਜੁਆਇਨ ਕਰਦੇ ਹੋ, ਜਿੱਥੇ ਤੁਸੀਂ ID ਪਾਉਂਦੇ ਹੋ, ID ਪਾਉਣ ਤੋਂ ਬਾਅਦ ਨਾ ਨੀਚੇ ਆਪਸ਼ਨ ਹੁੰਦੀ ਹੈ, ਤੁਸੀਂ ਆਪਣਾ ਨਾਮ ਲਿਖਣਾ ਹੁੰਦਾ, ਉੱਥੇ ਤੁਸੀਂ ਚੈੱਕ ਕਰਿਓ ਜੋ ਇਸ ਵੇਲੇ ਉੱਪਰ ਲਿਖਿਆ ਹੋਏਗਾ ਤੁਹਾਡੇ ਮੀ ਦੇ ਨਾਲ ਉੱਥੇ ਲਿਖਿਆ ਹੋਏਗਾ, ਪਲੀਜ਼ ਉੱਥੇ ਆਪਣਾ ਨਾਮ EPP ਨੰਬਰ ਲਿਖਿਆ ਕਰੋ, ਤਾਂ ਕਿ ਹੁਣ ਅੱਗੋਂ ਵੀ ਜਦੋਂ ਟੈਸਟ ਹੋਣਾ ਹੈ ਤੇ ਸਾਨੂੰ ਫਿਰ ਲੱਭਣ ਚ ਔਖਾ ਨਾ ਹੋਵੇ। EPP ਨੰਬਰ ਲਿਖ ਦਿਓ, ਸਭ ਤੋਂ ਵਧੀਆ, ਸਾਨੂੰ ਤੁਹਾਡੀ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਜੇ ਤੁਸੀਂ EPP ਨੰਬਰ ਲਿਖ ਦੋਗੇ। ਬਹੁਤ ਸਾਰੇ ਬੱਚੇ ਬੜਾ ਵਧੀਆ ਲਿਖਦੇ ਨੇ, ਜਿਵੇਂ ਹਾਂ ਲਿਖਿਆ ਆਂਦਾ ਹੈ ਕਿ 1170 ਮੋਗਾ, 9480 ਗੁਰਦਾਸਪੁਰ, ਏਦਾਂ ਲਿਖੇ ਆਂਦੇ ਹੈ ਨਾ, ਤੁਸੀਂ ਦੇਖ ਰਹੇ ਹੋਵੋਗੇ ਇੱਕ ਦੂਸਰੇ ਦਾ। ਸੋ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਕਰ ਲਿਆ। ਸੋ ਹੁਣ ਉੱਥੋਂ ਵੀ ਤੁਸੀਂ ਬੈਕ ਆ ਜਾਣਾ ਜਿੱਥੇ ਆਪਾਂ ਪਹਿਲਾਂ ਹੈਗੇ ਸੀ, ਸਾਰੇ ਜਣੇ ਬੈਕ ਆ ਜਾਓ ਜੀ। ਹੁਣ ਅੱਜ ਆਪਾਂ ਪਹਿਲੇ ਸੈਸ਼ਨ ਦੀ ਸਟਾਰਟਿੰਗ ਕਰਦੇ ਹਾਂ। ਅੱਜ ਦਾ ਜੋ ਪਹਿਲਾ ਸੈਸ਼ਨ ਉਹ ਲੈਣਗੇ ਵਾਈਸੀ ਮਹਿਕਪ੍ਰੀਤ ਕੌਰ ਜੀ, ਜੋ ਕਿ ਪਹਿਲਾਂ ਕਦੇ EPP ਦੇ ਸਟੂਡੈਂਟ ਹੋਇਆ ਕਰਦੇ ਸਨ, ਤੇ ਕਿਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆਇਆ ਬਾਣੀ ਪੜ੍ਹ ਕੇ। ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸਨ, ਤੇ ਅੱਜ ਬਾਣੀ ਪੜ੍ਹ ਕੇ ਆਪਣੇ ਆਪ ਉਹਨਾਂ ਦੇ ਵਿੱਚ ਕਿੱਦਾਂ ਚਾਅ ਆਇਆ ਤੇ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਬਦਲਿਆ, ਉਹ ਥੋੜਾ ਜਿਹਾ ਆਪਣੇ ਜੀਵਨ ਬਾਰੇ ਸਾਨੂੰ ਸਾਰਿਆਂ ਨੂੰ ਦੱਸਣਗੇ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਵਾਜ਼ ਕਲੀਅਰ ਆ ਰਹੀ ਹੈ ਦੀਦੀ? ਥੋੜੀ ਜੀ ਫਟ ਰਹੀ ਹੈ, ਅਗਰ ਥੋੜਾ ਇੱਕ ਵਾਰੀ ਆਵਾਜ਼ ਟਰਾਈ ਕਰਨਾ। ਵਾਹਿਗੁਰੂ ਜੀ। ਹਾਂਜੀ, ਬਿਲਕੁਲ ਕਲੀਅਰ ਹੋ ਜਾਏਗੀ, ਸਮਝ ਆ ਜਾਏਗਾ ਸਭ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ
ਮੇਰਾ ਨਾਮ ਮਹਿਕ ਕੌਰ ਹੈ ਜੀ, EPP ਨੰਬਰ 122। ਇਸ ਕਰਕੇ ਯੂਜ਼ ਕਰ ਰਹੀ ਹਾਂ। ਕਿਸੇ ਟਾਈਮ EPP ਸਟੂਡੈਂਟ ਸੀ, ਪਰ ਇਹ ਜਿਹੜਾ EPP ਦਾ ਟੈਗ ਹੈ, ਮੈਂ ਹਮੇਸ਼ਾ ਇਹਨੂੰ ਆਪਣੇ ਨਾਲ ਜ਼ਰੂਰ ਰੱਖਣਾ ਚਾਹਾਂਗੀ, ਕਿਉਂਕਿ ਮੇਰੀ ਸਕੂਲ ਦੀ ਸਟੱਡੀ ਤੋਂ ਲੈ ਕੇ ਮੇਰੀ ਕਾਲਜ ਲੈਵਲ ਦੀ ਸਟੱਡੀ, ਚਾਹੇ ਉਹ ਮੇਰੇ ਘਰ ਦੀ ਰਿਸਪੌਂਸਿਬਿਲਟੀਜ਼ ਹੈ, ਚਾਹੇ ਮੇਰੇ ਆਨੰਦ ਕਾਰਜ ਤੱਕ, ਐਜੂਕੇਟ ਪੰਜਾਬ ਪ੍ਰੋਜੈਕਟ ਨੇ ਜਿੰਨਾ ਮੇਰਾ ਸਹਿਯੋਗ ਦਿੱਤਾ, ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਦੀ। ਜੋ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੁੜਨ ਤੋਂ ਬਾਅਦ ਮੈਨੂੰ ਜੋ ਕੁਝ ਵੀ ਮਿਲਿਆ, ਮੈਨੂੰ ਅੱਜ ਆਪਣਾ ਐਕਸਪੀਰੀਅੰਸ ਜਿਹੜਾ ਸਾਂਝਾ ਕਰਨ ਲਈ ਕਿਹਾ ਗਿਆ ਸੀ। +1 ਕਲਾਸ ਦੇ ਵਿੱਚ ਸੀ, ਜਿਸ ਵੇਲੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਮਿਲਿਆ। +1 ਕਲਾਸ ਦੇ ਵਿੱਚ ਜਿੱਦਾਂ ਹੋ ਸਕਦਾ ਹੈ ਬਹੁਤ ਸਾਰੇ ਸਟੂਡੈਂਟਸ ਏਦਾਂ ਦੇ ਹੈਗੇ ਜਿਨ੍ਹਾਂ ਨੇ ਅੰਕਲ ਜੀ ਦਾ ਲੈਕਚਰ ਆਪਣੇ ਸਕੂਲ ਦੇ ਵਿੱਚ ਸੁਣਿਆ ਹੋਏਗਾ। ਸਾਡੇ ਵੀ ਸਕੂਲ ਦੇ ਵਿੱਚ ਅੰਕਲ ਜੀ ਦਾ ਲੈਕਚਰ ਹੋਇਆ, ਔਰ ਉਹ ਲੈਕਚਰ ਦੇ ਵਿੱਚ ਮੈਂ ਮਤਲਬ ਬਿਲਕੁਲ ਅਣਜਾਣ ਸੀ ਸਿੱਖੀ ਬਾਰੇ, ਕਿਉਂਕਿ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਸੀ। 10th ਤੱਕ ਜਿਹੜੀ ਪੜ੍ਹਾਈ ਹੈ ਮੈਂ ਸਾਰੀ ਪ੍ਰਾਈਵੇਟ ਸਕੂਲਸ ਕੀਤੀ, ਕਿਉਂਕਿ ਫਿਰੋਜ਼ਪੁਰ ਏਰੀਆ ਤੋਂ ਬਿਲੋਂਗ ਕਰਦੀ ਹਾਂ। ਉਸ ਏਰੀਆ ਦੇ ਵਿੱਚ ਜਿੱਥੇ ਮੈਂ ਰਹਿ ਰਹੀ ਸੀ, ਉੱਥੇ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਬਹੁਤ ਘੱਟ ਹੈ, ਔਰ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ। +1 ਕਲਾਸ ਜਿਹੜੀ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਕੀਤੀ, ਕਿਉਂਕਿ ਘਰ ਦੇ ਜਿਹੜਾ ਖਰਚਾ ਅਫੋਰਡ ਨਹੀਂ ਕਰ ਸਕਦੇ ਸੀ। ਜਿਸ ਵੇਲੇ ਅੰਕਲ ਜੀ ਦਾ ਲੈਕਚਰ ਸੁਣਿਆ, ਮੈਨੂੰ ਬੜੀ ਹੈਰਾਨਗੀ ਹੋਈ ਕਿ ਮੈਂ ਪਹਿਲੀ ਵਾਰੀ ਏਦਾਂ ਦੀਆਂ ਗੱਲਾਂ ਸੁਣੀਆਂ ਸੀ ਕਿ ਗੁਰਬਾਣੀ ਦੇ ਵਿੱਚ ਇੰਨੇ ਵੱਡੇ ਵੱਡੇ ਮਿਰੈਕਲਸ ਹੋ ਸਕਦੇ ਆ। ਔਰ ਜਦੋਂ ਮੈਨੂੰ ਪਤਾ ਲੱਗਿਆ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਰਾਹੀਂ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਦੀ ਪੜ੍ਹਾਈ ਵਾਸਤੇ ਹੈਲਪ ਕੀਤੀ ਜਾਂਦੀ ਹੈ, ਤੇ ਮੈਨੂੰ ਏਦਾਂ ਲੱਗਿਆ ਕਿ ਮੇਰੇ ਘਰ ਦੇ ਉਸ ਟਾਈਮ ਕਹਿੰਦੇ ਹੁੰਦੇ ਸੀ ਕਿ +2 ਕਰਵਾ ਕੇ ਅਸੀਂ ਅੱਗੇ ਨਹੀਂ ਪੜ੍ਹਾ ਪਾਵਾਂਗੇ, ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਉਸ ਵੇਲੇ ਮੇਰੇ ਫਾਦਰ ਐਕਸਪਾਇਰ ਹੋਏ ਸਨ। ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜਦੋਂ ਜੁੜਨ ਦੇ ਮੈਨੂੰ ਰੂਲ ਪਤਾ ਲੱਗੇ, ਸਹਿਜ ਪਾਠ ਆਰੰਭ ਕਰਨਾ ਪਏਗਾ। ਮੈਨੂੰ ਉਸ ਵੇਲੇ ਗੁਰਬਾਣੀ ਦਾ ਕੁਝ ਵੀ ਨਹੀਂ ਪਤਾ ਹੁੰਦਾ ਸੀ, ਈਵਨ ਕਿਉਂਕਿ ਕਦੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਸੀ, ਕਿਉਂਕਿ ਹਿੰਦੂ ਫੈਮਿਲੀ ਸੀ, ਘਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀ, ਰਾਧਾ ਸਵਾਮੀਆਂ ਨੂੰ ਮੰਨਦੇ ਸੀ, ਮੰਦਿਰ ਜਾਂਦੇ ਸੀ, ਗੁਰਦੁਆਰੇ ਜ਼ਰੂਰ ਜਾਂਦੇ ਸੀ, ਪਰ ਗੁਰਬਾਣੀ ਨਾਲ ਜੁੜਨਾ ਇਹਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ। ਸੋ ਜਿਸ ਵੇਲੇ ਮੈਨੂੰ ਪਤਾ ਲੱਗਿਆ ਸਕਾਲਰਸ਼ਿਪ ਲੱਗ ਸਕਦੀ ਹੈ, ਮੈਂ ਅੱਗੇ ਪੜ੍ਹਾਈ ਕਰ ਸਕਦੀ ਹਾਂ, ਸਕਾਲਰਸ਼ਿਪ ਦੇ ਨਾਲ ਜੁੜਨ ਦੇ ਲਈ ਮੈਂ ਸਹਿਜ ਪਾਠ ਤਾਂ ਸ਼ੁਰੂ ਕਰ ਲਿਆ, ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਵੇਲੇ ਗੁਰੂ ਸਾਹਿਬ ਜੀ ਇੰਨਾ ਚੇਂਜ ਮੇਰੇ ਅੰਦਰ ਲੈ ਆਉਣਗੇ, ਗੁਰੂ ਸਾਹਿਬ ਜੀ ਇੰਨੀ ਕਿਰਪਾ ਕਰ ਦੇਣਗੇ ਕਿ ਮੈਂ ਸੋਚਿਆ ਵੀ ਨਹੀਂ ਸੀਗਾ ਕਦੀ। ਤੇ ਜਿਸ ਵੇਲੇ ਮੈਂ ਸਹਿਜ ਪਾਠ ਸ਼ੁਰੂ ਕੀਤਾ, ਮੈਨੂੰ ਪਹਿਲਾਂ ਮੈਂ ਜਪਜੀ ਸਾਹਿਬ ਤੋਂ ਸਟਾਰਟ ਕੀਤਾ, ਜਪਜੀ ਸਾਹਿਬ ਦੀਆਂ ਪਹਿਲੀ 5 ਪੌੜੀਆਂ ਤੋਂ। ਉਸ ਵੇਲੇ ਕਿਉਂਕਿ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਨ ਕਰਕੇ ਮੈਂ ਮੰਦਿਰ ਵੀ ਜਾਂਦੀ ਸੀ, ਵਰਤ ਵੀ ਰੱਖਦੀ ਸੀ, ਜਿੱਥੇ ਵੀ ਲੱਗਣਾ ਕੋਈ ਧਾਰਮਿਕ ਜਗ੍ਹਾ ਉੱਥੇ ਚਲੇ ਜਾਣਾ। ਪਰ ਜਦੋਂ ਗੁਰਬਾਣੀ ਦੇ ਨਾਲ ਜੁੜੀ, ਮੈਂ ਮਾੜਾ ਨਹੀਂ ਕਿਸੇ ਨੂੰ ਕਹਿੰਦੀ, ਪਰ ਮੇਰਾ ਜੋ ਆਪਣਾ ਐਕਸਪੀਰੀਅੰਸ ਰਿਹਾ ਕਿ ਜਦੋਂ ਗੁਰਬਾਣੀ ਨਾਲ ਜੁੜਨਾ ਸ਼ੁਰੂ ਕੀਤਾ, ਜਪਜੀ ਸਾਹਿਬ ਦੀਆਂ ਹਜੇ ਬਾਣੀ ਕੁਝ 5 ਕੁ ਪੌੜੀਆਂ ਮੈਂ ਹਜੇ ਸਿੱਖਣੀਆਂ ਸ਼ੁਰੂ ਕੀਤੀਆਂ, ਇੰਨਾ ਵਧੀਆ ਲੱਗਦਾ ਸੀਗਾ ਕਿ ਜੋ ਮੈਂ ਵਰਤ ਰੱਖਦੀ ਸੀ ਉਹਦੇ ਵਿੱਚ ਮੈਨੂੰ ਉਹ ਆਨੰਦ ਨਹੀਂ ਆਉਂਦਾ ਸੀ, ਉਹ ਮਨ ਨੂੰ ਤਸੱਲੀ ਨਹੀਂ ਮਿਲਦੀ ਸੀ ਜੋ ਮੈਨੂੰ ਗੁਰਬਾਣੀ ਨਾਲ ਜੁੜਨ ਕਰਕੇ ਮਿਲਣ ਲੱਗੀ। ਹੌਲੀ ਹੌਲੀ ਜਦੋਂ ਸਹਿਜ ਪਾਠ ਕਰਦੀ ਗਈ, ਮੈਨੂੰ ਗੁਰਬਾਣੀ ਦੀ ਪੰਕਤੀਆਂ ਸਮਝ ਤਾਂ ਨਹੀਂ ਆਉਂਦੀਆਂ ਸਨ, ਪਰ ਮੈਨੂੰ ਆਨੰਦ ਬਹੁਤ ਆਉਂਦਾ ਸੀਗਾ, ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ, ਬੜੀ ਤਸੱਲੀ ਮਿਲਦੀ ਸੀ, ਜੋ ਕਿ ਮੈਨੂੰ ਵਰਤ ਰੱਖਣ ਤੋਂ ਬਾਅਦ ਨਹੀਂ ਮਿਲੀ। ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਗਈ। ਸਿਰਫ ਇੱਕ ਸਕਾਲਰਸ਼ਿਪ ਦੇ ਕਰਕੇ ਸਹਿਜ ਪਾਠ ਸ਼ੁਰੂ ਕੀਤਾ ਸੀ, ਪਰ ਮੈਨੂੰ ਨਹੀਂ ਪਤਾ ਸੀ ਗੁਰੂ ਸਾਹਿਬ ਜੀ ਨੇ ਮੈਨੂੰ ਇੰਨਾ ਕੁਛ ਦੇ ਦੇਣਾ। ਹੌਲੀ ਹੌਲੀ ਗੁਰਬਾਣੀ ਦੇ ਪ੍ਰਤੀ ਜਿਹੜੀ ਖਿੱਚ ਆ ਉਹ ਵੱਧਦੀ ਗਈ। ਮੈਂ ਥੋੜਾ ਟਾਈਮ ਕਰਦੀ ਸੀ, ਪਰ ਹੁੰਦਾ ਸੀ ਵੱਧ ਟਾਈਮ ਗੁਰਬਾਣੀ ਦੇ ਲਈ ਲਗਾਵਾਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਹੌਲੀ ਹੌਲੀ ਜੋੜਦੇ ਗਏ। ਫਿਰ ਮੇਰਾ ਜਦੋਂ ਮੈਂ ਫਸਟ ਟਾਈਮ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਟਿਆਲੇ ਦੇ ਵਿੱਚ ਸ਼ਲੋਕ ਮਹੱਲਾ 9 ਦੀ ਰਿਕਾਰਡਿੰਗ ਸੀ, ਉਹ ਮੈਂ ਫਸਟ ਟਾਈਮ ਕਿਤੇ ਬਾਹਰ ਜਾ ਕੇ ਕੁਛ ਏਦਾਂ ਦਾ ਅਟੈਂਡ ਕੀਤਾ, ਤੇ ਉੱਥੇ ਮੈਂ ਦੇਖਿਆ ਕਿ ਕੁੜੀਆਂ ਦਸਤਾਰ ਬੰਨੀਆਂ ਹੋਈਆਂ ਕੁੜੀਆਂ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ, ਕਿੰਨੀ ਰਿਸਪੈਕਟ ਹੁੰਦੀ ਹੈ ਇਹਨਾਂ ਦੀ। ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਵੀ ਕਦੀ ਏਦਾਂ ਦੀ ਬਣ ਸਕਾਂਗੀ। ਗੁਰੂ ਸਾਹਿਬ ਜੀ ਨਾਲ ਗੱਲ ਕਰ ਰਹੀ ਸੀ, ਤੇ ਹੌਲੀ ਹੌਲੀ ਜਦੋਂ ਗੁਰਬਾਣੀ ਦੇ ਨਾਲ ਥੋੜਾ ਹੋਰ ਲਗਨ ਵੱਧਦੀ ਗਈ, ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਗਈ, ਮੇਰਾ ਕੀਰਤਨ ਸਿੱਖਣ ਦਾ ਮਨ ਬਣਿਆ। ਤੇ ਜਦੋਂ ਮੈਂ ਉਸ ਰਿਕਾਰਡਿੰਗ ਤੋਂ ਘਰੇ ਵਾਪਿਸ ਆਈ, ਮੈਨੂੰ ਨਹੀਂ ਪਤਾ ਮੈਂ ਮਨ ਦੇ ਵਿੱਚ ਸੋਚ ਰਹੀ ਸੀ, ਮੈਂ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ, ਗੁਰੂ ਸਾਹਿਬ ਜੀ ਸੁਣ ਰਹੇ ਸਨ। ਜਿਸ ਵੇਲੇ ਹਜੇ ਘਰੇ ਪਹੁੰਚੀ, ਮੈਨੂੰ ਪਤਾ ਲੱਗਿਆ ਕਿ ਸਾਡੇ ਗੁਰਦੁਆਰੇ ਨਾ ਕੀਰਤਨ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ, ਔਰ ਫਸਟ ਟਾਈਮ ਸਾਡੇ ਏਰੀਏ ਦੇ ਵਿੱਚ ਕਿ ਸਿੱਖੀ ਦੇ ਪ੍ਰਚਾਰ ਲਈ ਕੁਛ ਏਦਾਂ ਦਾ ਹੋ ਰਿਹਾ। ਤੇ ਜਿਸ ਵੇਲੇ ਮੈਂ ਕੀਰਤਨ ਸਿੱਖਣਾ ਸ਼ੁਰੂ ਕੀਤਾ, ਮੈਨੂੰ ਜਿਹੜੇ ਉਸਤਾਦ ਜੀ ਤਰਨ ਤਾਰਨ ਤੋਂ ਸਾਨੂੰ ਸਿਖਾਉਣ ਆਉਂਦੇ ਸੀ, ਮੈਨੂੰ ਉਹਨਾਂ ਦੀ ਕੰਪਨੀ ਮਿਲਣੀ ਸ਼ੁਰੂ ਹੋਈ।
ਮੈਨੂੰ ਉਹਨਾਂ ਨੇ ਇੰਨਾ ਕੁਝ ਸਿਖਾਇਆ, ਛੋਟੀ ਛੋਟੀ ਚੀਜ਼ਾਂ। ਕਈ ਵਾਰੀ ਗੁਰੂ ਸਾਹਿਬ ਜੀ ਨਾ ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਕਿਸੇ ਨਾ ਕਿਸੇ ਕੋਈ ਗੱਲ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਬੜੇ ਮੈਸੇਜ ਦਿੰਦੇ ਆ, ਪਰ ਸ਼ਾਇਦ ਅਸੀਂ ਕਈ ਵਾਰੀ ਉਹਨੂੰ ਸਮਝਦੇ ਨਹੀਂ ਆ। ਤੇ ਮੇਰੀ ਜਿਹੜੀ ਲਾਈਫ ਚੇਂਜ ਹੋਈ ਹੈ ਸਹਿਜ ਪਾਠ ਨਾਲ ਜੁੜਨ ਦੇ ਨਾਲ, ਔਰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਲਿਆ ਕੇ, ਜਿਹੜੇ ਅਸੀਂ ਛੋਟੀ ਛੋਟੀ ਕਮੀ ਆ ਉਹਨੂੰ ਦੂਰ ਕਰਕੇ, ਜਿਹਦੇ ਨਾਲ ਮੇਰੀ ਜ਼ਿੰਦਗੀ ਚੇਂਜ ਹੋਈ। ਮੈਨੂੰ ਪਤਾ ਲੱਗਿਆ ਕਿਉਂਕਿ ਮੇਰੇ ਅੰਦਰ ਉਸ ਵੇਲੇ ਇੱਕ ਹੈਬਿਟ ਹੁੰਦੀ ਸੀ, ਪਤਾ ਨਹੀਂ ਉਸ ਵੇਲੇ ਸਿੱਖੀ ਲਈ ਇੱਕ ਅਲੱਗ ਜਿਹੀ ਅਟੈਚਮੈਂਟ ਹੌਲੀ ਹੌਲੀ ਬਣ ਗਈ ਕਿ ਮੈਂ ਗੁਰਦੁਆਰੇ ਜਾਣਾ। ਮੇਰੇ ਅੰਦਰ ਇੱਕ ਇਸ ਤਰ੍ਹਾਂ ਦੀ ਸੰਗ, ਇੱਕ ਸ਼ਰਮ ਹੁੰਦੀ ਸੀ ਕਿ ਅਗਰ ਮੈਂ ਗੁਰਦੁਆਰੇ ਜਾਣਾ ਹੈ ਨਾ, ਮੈਂ ਜੀਨ ਪਾ ਕੇ ਨਹੀਂ ਜਾਣਾ, ਕਿਉਂਕਿ ਉੱਥੇ ਸਰਦਾਰ ਲੋਕ ਹੈ ਤੇ ਉਹਨਾਂ ਦੇ ਸਾਹਮਣੇ ਜੀਨ ਪਾ ਕੇ ਜਾਊਂਗੀ, ਨਹੀਂ ਵਧੀਆ ਨਹੀਂ ਲੱਗਣਾ। ਜਿਸ ਵੇਲੇ ਕੀਰਤਨ ਦੀ ਕਲਾਸਿਸ ਲੱਗਣੀਆਂ ਸ਼ੁਰੂ ਹੋਈਆਂ, ਮੈਨੂੰ ਛੋਟੀਆਂ ਛੋਟੀਆਂ ਜਿਹੜੀ ਟੀਚਰਸ ਕੋਲੋਂ ਛੋਟੀਆਂ ਛੋਟੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਸੀ। ਮੈਨੂੰ ਉੱਥੇ ਜਦੋਂ ਪਤਾ ਲੱਗਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆ ਨਾ, ਉਹ ਕਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾਉਂਦਾ। ਜਦੋਂ ਇਹ ਚੀਜ਼ ਮਨ ਦੇ ਵਿੱਚ ਬੈਠ ਗਈ ਤਾਂ ਉਸ ਵੇਲੇ ਵਰਤ ਰੱਖਣੇ ਵੀ ਬੰਦ ਕਰ ਦਿੱਤੇ। ਨਹੀਂ ਕੀਤਾ ਕਿ ਗੁਰਦੁਆਰੇ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਸਿਰ ਝੁਕਾਵਾਂ, ਔਰ ਕੇਸਾਂ ਦੀ ਬੇਅਦਬੀ ਵੀ ਬਿਲਕੁਲ ਬੰਦ ਕਰ ਦਿੱਤੀ ਕਿ ਹੁਣ ਮੈਂ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਸਿਰਫ ਉਹੀ ਕਰਨਾ। ਹੌਲੀ ਹੌਲੀ ਗੁਰੂ ਸਾਹਿਬ ਜੀ ਕੁਛ ਏਦਾਂ ਦਾ ਰਸਤਾ ਦਿਖਾਉਂਦੇ ਗਏ, ਹੋਰ ਕੈਂਪ ਅਟੈਂਡ ਕਰਨੇ ਸ਼ੁਰੂ ਕੀਤੇ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਕੈਂਪ ਲੱਗ ਰਹੇ ਸੀ ਉਹ ਅਟੈਂਡ ਕੀਤੇ, ਜਿਹਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਚੇਂਜਸ ਆਉਣੇ ਸ਼ੁਰੂ ਹੋਏ ਤੇ ਮਨ ਬਣਿਆ ਕਿ ਮੈਂ ਅੰਮ੍ਰਿਤ ਛਕਣਾ। ਪਰ ਮੇਰੇ ਘਰਦਿਆਂ ਨੂੰ ਮਨਾਉਣਾ ਮੇਰੇ ਲਈ ਬਹੁਤ ਵੱਡਾ ਇੱਕ ਚੈਲੰਜ ਸੀ, ਬੜਾ ਮੁਸ਼ਕਿਲ ਸੀ, ਕਿਉਂਕਿ ਹਿੰਦੂ ਪਰਿਵਾਰ ਸੀ ਔਰ ਉਹਨਾਂ ਲਈ ਇਹ ਹੁੰਦਾ ਕਿ ਖੱਤਰੀ ਪਰਿਵਾਰ, ਉਹਨਾਂ ਲਈ ਹੁੰਦਾ ਕਿ ਅਸੀਂ ਗੁਰਦੁਆਰੇ ਤਾਂ ਜਾ ਸਕਦੇ ਹਾਂ ਪਰ ਅੰਮ੍ਰਿਤ ਛਕਣਾ ਇਹ ਸਾਡੇ ਲਈ ਨਹੀਂ ਹੈਗਾ। ਮੈਂ ਆਪਣੇ ਘਰਦਿਆਂ ਨੂੰ ਪੁੱਛਿਆ ਕਿ ਮੈਂ ਅੰਮ੍ਰਿਤ ਛਕ ਲਾਂ, ਪਰ ਉਹਨਾਂ ਨੇ ਮਨਾ ਕਰਤਾ, ਕਹਿੰਦਾ ਜਦੋਂ ਤੇਰਾ ਵਿਆਹ ਹੋਏਗਾ ਉਦੋਂ ਦੇਖਾਂਗੇ। ਮਨ ਦੇ ਵਿੱਚ ਖਿਆਲ ਆਇਆ ਕਿ ਇਹ ਤਾਂ ਹਿੰਦੂ ਲੋਕ ਹੈ, ਫਿਰ ਇਹਨਾਂ ਨੇ ਮੇਰਾ ਤਾਂ ਕਿਤੇ ਸਿੱਖੀਜ਼ਮ ਦੇ ਵਿੱਚ ਕਿਤੇ ਵਿਆਹ ਹੋ ਨਹੀਂ ਸਕਦਾ, ਫਿਰ ਮੈਂ ਕਿੱਦਾਂ ਸੋਚ ਲਵਾਂਗੀ ਕਿ ਮੈਂ ਵਿਆਹ ਤੋਂ ਬਾਅਦ ਅੰਮ੍ਰਿਤ ਛਕਾਂ। ਫਿਰ ਮੈਂ ਜਸਵਿੰਦਰ ਅੰਕਲ ਜੀ ਨਾਲ ਗੱਲ ਕੀਤੀ ਕਿ ਜਿਨ੍ਹਾਂ ਦਾ ਲੈਕਚਰ ਸੁਣ ਕੇ ਮੇਰੇ ਅੰਦਰ ਸਿੱਖੀ ਦੇ ਨਾਲ ਜੋੜਨ ਦਾ ਜਿਹੜਾ ਖਿਆਲ ਸ਼ੁਰੂ ਹੋਇਆ ਸੀ, ਉਸ ਲੈਕਚਰ ਤੋਂ ਬਾਅਦ ਮੈਂ ਅੰਕਲ ਜੀ ਨਾਲ ਗੱਲ ਕੀਤੀ, ਅੰਕਲ ਜੀ ਮੈਂ ਅੰਮ੍ਰਿਤ ਛਕਣਾ ਚਾਹੁੰਦੀ ਹਾਂ, ਪਰ ਮੇਰੇ ਘਰ ਦੇ ਮੰਨਦੇ ਨਹੀਂ। ਉਹਨਾਂ ਨੇ ਮੋਟੀਵੇਟ ਕੀਤਾ ਕਿ ਅੰਕਲ ਜੀ ਨੇ ਹਮੇਸ਼ਾ ਇੱਕ ਚੀਜ਼ ਸਿਖਾਈ ਹੈ, ਔਰ ਜਿਹਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਵਿੱਚ ਬਹੁਤ ਸਾਥ ਦਿੱਤਾ ਹੈ, ਕਿ ਅਸੀਂ ਕੁਛ ਵੀ ਚਾਹੁੰਦੇ ਹਾਂ ਤਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਬਸ। ਕਿਉਂਕਿ ਅਸੀਂ ਸਿੱਖੀ ਕਿਸੇ ਦੇ ਉੱਪਰ ਪ੍ਰੈਸ਼ਰ ਪਾ ਕੇ ਨਹੀਂ ਕਿਸੇ ਨੂੰ ਸਿਖਾ ਸਕਦੇ, ਔਰ ਨਾ ਹੀ ਇਹਦੇ ਲਈ ਅਸੀਂ ਕਿਸੇ ਨਾਲ ਲੜ ਸਕਦੇ ਹਾਂ। ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ, ਗੁਰੂ ਸਾਹਿਬ ਜੀ ਨੇ ਆਪਣੇ ਆਪ ਰਸਤਾ ਬਣਾਇਆ। ਮੈਂ ਅੰਮ੍ਰਿਤ ਛਕਣ ਚਲੀ ਗਈ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ। ਜਿਸ ਵੇਲੇ ਅੰਮ੍ਰਿਤ ਛਕ ਕੇ ਆਈ, ਘਰਦਿਆਂ ਨੂੰ ਬਹੁਤ ਨਾਰਾਜ਼ਗੀ ਹੋਈ ਕਿ ਤੂੰ ਇਹ ਕੀ ਕੰਮ ਕਰ ਦਿੱਤਾ। ਸ਼ਾਇਦ ਘਰਦਿਆਂ ਨੂੰ ਬਹੁਤ ਗਲਤ ਲੱਗਿਆ। ਮੈਨੂੰ 2-3 ਦਿਨ ਕਿਸੇ ਨੇ ਵੀ ਘਰ ਦੇ ਵਿੱਚ ਬੁਲਾਇਆ ਨਹੀਂ। ਮਦਰ ਵੀ ਬੜੇ ਪਰੇਸ਼ਾਨ ਹੋਏ ਕਿ ਇਹਨੇ ਬਹੁਤ ਗਲਤ ਕੀਤਾ। ਪਰ ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਗਈ। ਘਰਦਿਆਂ ਨੇ ਹੌਲੀ ਹੌਲੀ ਅਸੈਪਟ ਕੀਤਾ। ਜਦੋਂ ਦੇਖਿਆ ਕਿ ਜਦੋਂ ਮੈਂ ਬਾਹਰ ਜਾਂਦੀ ਸੀ ਮੈਨੂੰ ਲੋਕ ਦੇਖਦੇ ਸੀ, ਕਿਉਂਕਿ ਸਾਡੇ ਏਰੀਏ ਦੇ ਵਿੱਚ ਮੈਂ ਪਹਿਲੀ ਲੜਕੀ ਸੀ ਜਿਹਨੇ ਅੰਮ੍ਰਿਤ ਛਕਿਆ ਸੀ, ਔਰ ਬੜੇ ਅਲੱਗ ਢੰਗ ਨਾਲ ਮੈਨੂੰ ਦੇਖਦੇ ਹੁੰਦੇ ਸੀਗੇ ਵੀ ਇਹ ਤਾਂ ਬਿਲਕੁਲ ਹੀ ਬਦਲ ਗਈ। ਬੜੇ ਲੋਕਾਂ ਨੇ ਮੈਨੂੰ ਡੀਮੋਟੀਵੇਟ ਕੀਤਾ ਕਿ ਤੂੰ ਉਹਨੂੰ ਗਾਤਰਾ ਉਤਾਰ ਦੇ। ਮੇਰੇ ਰਿਲੇਟਿਵਸ ਨੇ ਕਿਹਾ ਤੂੰ ਛੋਟੀ ਸ਼੍ਰੀ ਸਾਹਿਬ ਪਾ ਲਾ ਕਿ ਲੋਕਾਂ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਨਾ ਹੀ ਤੇਰਾ ਅੰਮ੍ਰਿਤ ਖਰਾਬ ਹੋਏਗਾ। ਪਰ ਜੋ ਉਸ ਵੇਲੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਕਿਉਂਕਿ ਜਦੋਂ ਅੰਮ੍ਰਿਤ ਛਕਣ ਗਈ ਸੀ ਗੁਰੂ ਸਾਹਿਬ ਜੀ ਅੱਗੇ ਸਾਰੀ ਰਾਤ ਅਰਦਾਸ ਕਰਦੀ ਰਹੀ। ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ, ਅਰਦਾਸ ਕਰਦੀ ਰਹੀ ਗੁਰੂ ਸਾਹਿਬ ਜੀ ਅੱਗੇ ਕਿ ਗੁਰੂ ਸਾਹਿਬ ਜੀ ਜੇ ਤੁਸੀਂ ਅੰਮ੍ਰਿਤ ਦੀ ਦਾਤ ਬਖਸ਼ਣ ਲੱਗੇ ਹੋ ਤਾਂ ਕਿਰਪਾ ਕਰਿਓ ਵੀ ਕਿਤੇ ਮਨ ਡੋਲ ਨਾ ਜਾਵੇ। ਘਰਦਿਆਂ ਦੇ ਅੱਗੇ ਜਦੋਂ ਜਾਵਾਂ ਤਾਂ ਕੋਈ ਪਰੇਸ਼ਾਨ ਨਾ ਕਰੇ, ਅਗਰ ਕੋਈ ਜ਼ਬਰਦਸਤੀ ਕਰੇਗਾ ਕਿਤੇ ਮੈਂ ਡਰ ਨਾ ਜਾਵਾਂ। ਬਸ ਜੇ ਅਗਰ ਆਪ ਜੀ ਅੰਮ੍ਰਿਤ ਦੀ ਦਾਤ ਬਖਸ਼ ਰਹੇ ਹੋ ਤਾਂ ਕਿਰਪਾ ਕਰਨਾ, ਆਪ ਜੀ ਅੰਗ ਸੰਗ ਹੋਣਾ ਹਮੇਸ਼ਾ। ਇਹੀ ਅਰਦਾਸ ਗੁਰੂ ਸਾਹਿਬ ਜੀ ਅੱਗੇ ਕਰਦੀ ਰਹੀ। ਔਰ ਅੰਮ੍ਰਿਤ ਛਕ ਕੇ ਜਦੋਂ ਘਰੇ ਗਈ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਔਰ ਸਾਰੇ ਕਹਿ ਰਹੇ ਸੀ ਤੂੰ ਆ ਕੀ ਕਰਤਾ, ਸਾਡੀ ਬਦਨਾਮੀ ਕਰਵਾ ਦਿੱਤੀ। ਪਰ ਹੌਲੀ ਹੌਲੀ ਪਰਿਵਾਰ ਦੇ ਵਿੱਚ ਵੀ ਚੇਂਜ ਆਉਣਾ ਸ਼ੁਰੂ ਹੋਇਆ ਜੋ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਸੀਗਾ। ਹੌਲੀ ਹੌਲੀ ਮੇਰਾ ਜਿਹੜਾ ਬ੍ਰਦਰ ਹੈ ਉਹ ਵੀ ਦਸਤਾਰ ਬੰਨਣ ਲੱਗ ਗਿਆ। ਉਦੋਂ ਵੀ ਘਰਦਿਆਂ ਨੇ, ਰਿਸ਼ਤੇਦਾਰਾਂ ਨੇ ਬੜੀ ਪ੍ਰੋਬਲਮ ਖੜੀ ਕੀਤੀ ਕਿ ਇਹਨੂੰ ਕਿਉਂ ਇਸ ਪਾਸੇ ਲਗਾ ਰਹੀ ਹੈ, ਤੂੰ ਆਪ ਤਾਂ ਜੁੜੀ ਹੋਈ ਹੈ ਤੇ ਇਹਨੇ ਅੰਮ੍ਰਿਤ ਨਹੀਂ ਛਕਣਾ। ਪਰ ਚਲੋ ਉਸ ਵੇਲੇ ਮੈਂ ਉਹਨੂੰ ਅੰਮ੍ਰਿਤ ਛਕਣ ਲਈ ਬਿਲਕੁਲ ਵੀ ਨਹੀਂ ਕਿਹਾ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਹ ਘੱਟੋ ਘੱਟ ਨਿਤਨੇਮ ਨਾਲ ਜੁੜ ਜਾਵੇ। ਪਰ ਜਦੋਂ ਨਿਤਨੇਮ ਦੇ ਨਾਲ ਜੁੜਿਆ, ਹੌਲੀ ਹੌਲੀ ਉਹਦਾ ਆਪਣਾ ਆਪ ਦਾ ਮਨ ਬਣਿਆ ਕਿ ਮੈਂ ਵੀ ਅੰਮ੍ਰਿਤ ਛਕਣਾ।
ਔਰ ਜਿਸ ਵੇਲੇ ਮੈਂ ਅੰਮ੍ਰਿਤ ਛਕਿਆ ਮੇਰਾ ਮਨ ਕਰਦਾ ਸੀ ਕਿ ਜੇ ਗੁਰੂ ਸਾਹਿਬ ਜੀ ਕਿਰਪਾ ਕਰ ਸਕਦੇ ਹੈ ਕਿ ਮੈਂ ਹਿੰਦੂ ਪਰਿਵਾਰ ਤੋਂ ਹੋ ਕੇ ਜੇ ਗੁਰੂ ਸਾਹਿਬ ਜੀ ਮੈਨੂੰ ਦਾਤ ਬਖਸ਼ ਸਕਦੇ ਹੈ ਤਾਂ ਬਹੁਤ ਸਾਰੇ ਸਿੱਖ ਪਰਿਵਾਰ ਇਹੋ ਜਿਹੇ ਆ, ਬਹੁਤ ਸਾਰੇ ਮੇਰੀ ਏਜ ਦੇ ਸਿੱਖ ਕੁੜੀਆਂ ਮੁੰਡੇ ਬਹੁਤ ਸਾਰੇ ਜਿਹੜੇ ਸਿੱਖੀ ਤੋਂ ਭਟਕੇ ਹੋਏ ਆ, ਤੇ ਮੇਰੇ ਮਨ ਦੇ ਵਿੱਚ ਸ਼ੌਕ ਹੁੰਦਾ ਸੀ ਕਿ ਮੈਂ ਵੀ ਕਿਸੇ ਨੂੰ ਜਾ ਕੇ ਜੋੜਾਂ। ਗੁਰੂ ਸਾਹਿਬ ਨੇ ਜੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਂ ਵੀ ਕਿਸੇ ਨਾ ਕਿਸੇ ਨੂੰ ਜਾ ਕੇ ਇਸ ਚੀਜ਼ ਬਾਰੇ ਦੱਸਾਂ ਤੇ ਕੋਈ ਜਿਹੜਾ ਗੁਰਬਾਣੀ ਤੋਂ ਟੁੱਟਿਆ ਹੋਇਆ ਉਹਨੂੰ ਗੁਰੂ ਸਾਹਿਬ ਦੀ ਕਿਰਪਾ ਕਰਕੇ ਆਪ ਜੋੜ ਲੈਣ। ਤੇ ਮਨ ਦੇ ਵਿੱਚ ਸ਼ੌਕ ਪੈਦਾ ਹੋਇਆ ਕਿ ਮੈਂ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੁੜ ਕੇ ਸੇਵਾ ਕਰਨੀ ਹੈ। ਜਿਸ ਵੇਲੇ ਮੈਂ BA ਲੈਵਲ ਦੇ ਵਿੱਚ ਜਦੋਂ ਮੈਂ ਕਾਲਜ ਜਾਣਾ ਸ਼ੁਰੂ ਕੀਤਾ, ਇੱਥੇ ਇੱਕ ਚੀਜ਼ ਸਾਰਿਆਂ ਨੂੰ ਸਮਝਾਉਣਾ ਚਾਹੂੰਗੀ ਕਿ ਬਹੁਤ ਸਾਰੇ ਬੱਚੇ ਏਦਾਂ ਦੇ ਹੋਣਗੇ ਕਿ ਜਿਹੜੇ ਜਿਨ੍ਹਾਂ ਨੇ ਹੁਣ ਕਾਲਜ ਜਾਣਾ ਸ਼ੁਰੂ ਕਰਨਾ ਹੈ ਜਾਂ ਜਿਹੜੇ ਜਾਂਦੇ ਆ ਬਟ ਫਿਰ ਵੀ ਉਹਨਾਂ ਦੇ ਮਨ 'ਚ ਇਹ ਹੁੰਦਾ ਕਿ ਅਸੀਂ ਦੇਖਦੇ ਹਾਂ ਕਾਲਜ ਦਾ ਮਾਹੌਲ ਕਿੱਦਾਂ ਦਾ ਹੈ, ਜਾਂ ਬਹੁਤ ਸਾਰੇ ਪੇਰੈਂਟਸ ਇਸ ਕਰਕੇ ਕਾਲਜ ਨਹੀਂ ਜਾਣ ਦਿੰਦੇ ਕਿ ਅੱਜ ਕੱਲ੍ਹ ਕਾਲਜ ਦਾ ਮਾਹੌਲ ਠੀਕ ਨਹੀਂ ਹੈ, ਜਾਂ ਬਹੁਤ ਸਾਰੇ ਬੱਚੇ ਏਦਾਂ ਦੇ ਆ ਜਿਹੜੇ ਕਾਲਜ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਹੁੰਦਾ ਕਿ ਸ਼ਾਇਦ ਅਸੀਂ ਵਿਗੜ ਨਾ ਜਾਈਏ। ਪਰ ਜੋ ਮੈਂ ਆਪਣੀ ਲਾਈਫ ਦੇ ਵਿੱਚ ਜੋ ਸਹਿਜ ਪਾਠ ਤੋਂ ਜੋ ਮੈਂ ਪਾਇਆ, ਜਿਹੜਾ ਮੇਰੀ ਲਾਈਫ ਦਾ ਐਕਸਪੀਰੀਅੰਸ ਰਿਹਾ ਕਿ ਗੁਰੂ ਸਾਹਿਬ ਨੇ ਜਿਹੜੀ ਕਿਰਪਾ ਕੀਤੀ ਹੈ, ਮੈਂ ਇਹ ਚੀਜ਼ ਸਿੱਖੀ ਹੈ ਕਿ ਅਗਰ ਅਸੀਂ ਕਿਤੇ ਜਾਣਾ ਹੈ, ਕਾਲਜ ਲੈਵਲ 'ਚ ਕਿਤੇ ਪੜ੍ਹਾਈ ਕਰ ਰਹੇ ਹਾਂ, ਯੂਨੀਵਰਸਿਟੀਜ਼ ਦੇ ਵਿੱਚ ਜਾ ਰਹੇ ਹਾਂ, ਜਾਂ ਅਸੀਂ ਕਿਸੇ ਨਵੇਂ ਸਕੂਲ ਨੂੰ ਜੁਆਇਨ ਕੀਤਾ, ਸਾਨੂੰ ਉੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਮਾਹੌਲ ਮਿਲਣਗੇ, ਪਰ ਅਸੀਂ ਕਿਤੇ ਜਾਣਾ ਤਾਂ ਅਸੀਂ ਆਪਣਾ ਮਾਹੌਲ ਆਪ ਬਣਾਉਣਾ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਾਡੇ ਆਪਣੇ ਅੰਦਰ ਇੱਕ ਬੜੀ ਵਿਲੱਖਣਤਾ ਦਿੱਤੀ ਹੋਈ ਹੈ। ਅਸੀਂ ਕਿਤੇ ਜਾ ਕੇ ਵਿਗੜਨਾ ਸੁਧਰਨਾ ਇਹ ਸਾਡੇ ਆਪਣੇ ਹੱਥ ਦੇ ਵਿੱਚ ਹੈ। ਅਸੀਂ ਕਿਤੇ ਜਾਵਾਂਗੇ ਸਾਨੂੰ ਵਿਗੜੇ ਹੋਏ ਬੱਚੇ ਵੀ ਮਿਲਣਗੇ, ਬਹੁਤ ਸੁਧਰੇ ਹੋਏ ਵੀ ਮਿਲਣਗੇ, ਪਰ ਅਸੀਂ ਉਸ ਪਾਸੇ ਜਾਈਏ ਕਿ ਜਿੱਥੇ ਸਾਨੂੰ ਦੇਖ ਕੇ ਕੋਈ ਸਾਡੇ ਮਾਂ-ਪਿਓ ਦਾ ਨਾਮ ਨਾ ਬਦਨਾਮ ਹੋਵੇ, ਮੇਰੇ ਗੁਰੂ ਦੀ ਬਦਨਾਮੀ ਨਾ ਹੋਵੇ। ਜਿਸ ਵੇਲੇ ਮੈਂ ਕਾਲਜ ਜੁਆਇਨ ਕੀਤਾ ਮੇਰੇ ਮਨ 'ਚ ਸ਼ੌਕ ਹੁੰਦਾ ਸੀ ਮੈਨੂੰ ਕਿਤੇ ਵੀ ਜਾਣਾ, ਕਿਸੇ ਕੁੜੀ ਨੂੰ ਵੀ ਮਿਲਣਾ, ਉਹਦੇ ਨਾਲ ਸਹਿਜ ਪਾਠ ਦੀਆਂ ਗੱਲਾਂ ਕਰਨ ਲੱਗ ਜਾਣੀਆਂ ਕਿ ਤੁਸੀਂ ਸਹਿਜ ਪਾਠ ਕਰਦੇ ਹੋ। ਈਵਨ ਕਿ ਉਹ ਸਿੱਖ ਪਰਿਵਾਰਾਂ ਤੋਂ ਹੁੰਦੀਆਂ ਸੀ ਬਟ ਫਿਰ ਵੀ ਉਹਨਾਂ ਨੂੰ ਸਹਿਜ ਪਾਠ ਦਾ ਮਤਲਬ ਨਹੀਂ ਪਤਾ ਹੁੰਦਾ ਸੀ, ਤੇ ਉਹਨਾਂ ਨੂੰ ਬੜੇ ਸ਼ੌਕ ਨਾਲ ਫਿਰ ਗੁਰੂ ਸਾਹਿਬ ਜੀ ਨੇ ਜਦੋਂ ਕਿਰਪਾ ਕਰਨੀ ਇਸ ਕੋਈ ਨਾ ਕੋਈ ਸਹਿਜ ਪਾਠ ਨਾਲ ਜੁੜ ਜਾਣਾ। 2 ਮਹੀਨੇ ਜਦੋਂ ਉਸ ਕਾਲਜ ਦੇ ਵਿੱਚ ਲਗਾਏ ਤਾਂ ਤਕਰੀਬਨ 30 ਦੇ ਕਰੀਬ ਜਿਹੜੇ ਉੱਥੇ ਸਟੂਡੈਂਟ ਸੀ ਸਹਿਜ ਪਾਠ ਦੇ ਨਾਲ ਜੁੜੇ। ਉਹਨਾਂ ਨੂੰ ਪੁੱਥੀਆਂ ਪ੍ਰੋਵਾਈਡ ਕਰਵਾਈਆਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਹੈਲਪ ਦੇ ਨਾਲ, ਤੇ ਉਹਨਾਂ ਨੇ ਸਹਿਜ ਪਾਠ ਸ਼ੁਰੂ ਕੀਤਾ ਔਰ ਬੜਾ ਵਧੀਆ ਮਾਹੌਲ ਉੱਥੇ ਬਣਿਆ। ਮੈਨੂੰ ਕੋਈ ਵੀ ਜੋ ਵਿਗੜੇ ਹੋਏ ਕੁੜੀਆਂ ਸੀਗੀਆਂ ਬਿਲਕੁਲ ਵੀ ਮੇਰੇ ਨਾਲ ਨਹੀਂ ਹੁੰਦੀਆਂ ਸੀ। ਜਿਨ੍ਹਾਂ ਨੇ ਸਹਿਜ ਪਾਠ ਸ਼ੁਰੂ ਕੀਤਾ, ਜਿਨ੍ਹਾਂ ਨੇ ਨਿਤਨੇਮ ਨਾਲ ਜੁੜੇ, ਸਿਰਫ ਉਹੀ ਉਸ ਵੇਲੇ ਸਿਰਫ ਮੇਰੇ ਨਾਲ ਜੁੜੇ ਹੋਏ ਸੀਗੇ। ਔਰ ਜਿਸ ਵੇਲੇ ਮੈਂ ਅੰਮ੍ਰਿਤ ਛਕਿਆ ਮੇਰੇ ਰਿਸ਼ਤੇਦਾਰਾਂ ਨੂੰ ਇਸ ਗੱਲ ਤੋਂ ਬੜੀ ਪ੍ਰੋਬਲਮ ਹੁੰਦੀ ਸੀ ਕਿ ਇਹਨੇ ਬਹੁਤ ਗਲਤ ਕੰਮ ਕੀਤਾ। ਇੱਕ ਦਿਨ ਅਚਾਨਕ ਹੀ ਤਾਇਆ ਜੀ ਦੀ ਡੈਥ ਹੋ ਗਈ ਔਰ ਮੇਰੇ ਰਿਲੇਟਿਵਸ ਨੇ ਇਹ ਬਲੇਮ ਲਗਾਇਆ ਕਿ ਮਹਿਕ ਨੇ ਅੰਮ੍ਰਿਤ ਛਕਿਆ ਹੋਇਆ ਸੀ ਜਿਹਦੇ ਕਰਕੇ ਉਹਨਾਂ ਦੇ ਟੈਨਸ਼ਨ ਬਹੁਤ ਲਈ ਉਹਦੇ ਕਰਕੇ ਡੈਥ ਹੋ ਗਈ। ਔਰ ਪਰ ਗੁਰੂ ਸਾਹਿਬ ਜੀ ਜਾਣਦੇ ਆ ਕਿ ਉਸ ਕੋਈ ਵੀ ਏਦਾਂ ਦਾ ਕੁਛ ਵੀ ਨਹੀਂ ਹੋ ਸਕਦਾ। ਜਿਹਦਾ ਜੋ ਸਮਾਂ ਲਿਖਿਆ ਔਰ ਜੋ ਉਹਦੇ ਕਰਮ ਆ ਉਹਨੇ ਪੂਰੇ ਕਰਕੇ ਉਹਨੇ ਚਲੇ ਜਾਣਾ। ਸੋ ਹੌਲੀ ਹੌਲੀ ਜਦੋਂ ਟਾਈਮ ਬੀਤਦਾ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜਾ ਮੇਰਾ ਆਨੰਦ ਕਾਰਜ ਬਿਲਕੁਲ ਗੁਰਮਤ ਅਨੁਸਾਰ ਹੋਇਆ। ਜਿਸ ਵੇਲੇ ਆਨੰਦ ਕਾਰਜ ਹੋਣਾ ਸੀ ਇੱਥੇ ਵੀ ਗੁਰੂ ਸਾਹਿਬ ਜੀ ਸਾਡਾ ਇੱਕ ਟੈਸਟ ਲੈਂਦੇ ਆ। ਅਸੀਂ ਥੋੜੇ ਦਿਨ ਪਹਿਲਾਂ ਹੀ ਕੈਂਪ ਦੇ ਵਿੱਚ ਸਿੱਖਿਆ ਕਿ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਸਾਡੇ ਬਹੁਤ ਸਾਰੇ ਇਮਤਿਹਾਨ ਵੀ ਲੈਂਦੇ ਆ ਕਿ ਕਿਤੇ ਮੇਰਾ ਬੱਚਾ ਡੋਲ ਤਾਂ ਨਹੀਂ ਰਿਹਾ। ਉਸ ਵੇਲੇ ਵੀ ਜਦੋਂ ਆਨੰਦ ਕਾਰਜ ਹੋਇਆ ਮੈਨੂੰ ਕਿਉਂਕਿ ਹਿੰਦੂ ਪਰਿਵਾਰ ਹੋਣ ਕਰਕੇ ਕਿਸੇ ਵੀ ਰਿਸ਼ਤੇਦਾਰ ਨੂੰ ਨਹੀਂ ਪਤਾ ਕਿ ਗੁਰਮਤ ਅਨੁਸਾਰ ਆਨੰਦ ਕਾਰਜ ਕਿਸ ਤਰ੍ਹਾਂ ਹੁੰਦਾ। ਔਰ ਉਹ ਪਹਿਲਾ ਆਨੰਦ ਕਾਰਜ ਸੀ ਮੇਰੇ ਪੂਰੇ ਪਰਿਵਾਰ ਦੇ ਵਿੱਚ ਔਰ ਜਿਸ ਮੁਹੱਲੇ ਦੇ ਵਿੱਚ ਰਹਿ ਰਹੀ ਸੀ ਉਸ ਪੂਰੇ ਮੁਹੱਲੇ ਦੇ ਵਿੱਚ ਉਹ ਪਹਿਲਾ ਇਹੋ ਜਿਹਾ ਆਨੰਦ ਕਾਰਜ ਹੋਇਆ ਕਿ ਜਿਹਨੂੰ ਸਾਰੇ ਦੇਖ ਰਹੇ ਸੀ ਕਿ ਏਦਾਂ ਵੀ ਇੰਨੇ ਘੱਟ ਖਰਚੇ ਦੇ ਵਿੱਚ ਆਨੰਦ ਕਾਰਜ ਹੋ ਸਕਦਾ ਹੈ। ਘਰਦਿਆਂ ਨੇ ਕਹਿਣਾ ਕਿ ਤੂੰ ਕੋਈ ਮੇਕਅਪ ਨਹੀਂ ਕਰਨਾ, ਤੂੰ ਇੱਕ ਮਹਿੰਦੀ ਲਗਾ ਲੈ, ਕੁਛ ਤਾਂ ਕਰ ਲੈ, ਏਦਾਂ ਕਿਵੇਂ ਆਨੰਦ ਕਾਰਜ ਹੋ ਸਕਦਾ ਹੈ। ਤੇ ਘਰਦਿਆਂ ਨੇ ਔਰ ਰਿਸ਼ਤੇਦਾਰਾਂ ਨੇ ਬੜਾ ਫੋਰਸ ਕੀਤਾ ਪਰ ਨਹੀਂ, ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਸੀ ਕਿ ਜੋ ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਹੈ ਮੈਂ ਉਸੇ ਤਰੀਕੇ ਨਾਲ ਹੀ ਚੱਲਣਾ। ਆਪਣੇ ਫੇਸ ਦੇ ਨਾਲ ਜਾਂ ਜੋ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਦਾ ਵੀ ਰੂਪ ਰੰਗ ਦਿੱਤਾ ਹੋਇਆ ਉਸ ਤੋਂ ਬਾਹਰ ਹੋ ਕੇ ਕੁਛ ਵੀ ਨਹੀਂ ਕਰਨਾ। ਫਿਰ ਵੀ ਘਰਦਿਆਂ ਨੂੰ ਬੜੀ ਪ੍ਰੋਬਲਮ ਰਹੀ ਕਿ ਬੜਾ ਫੋਰਸ ਕੀਤਾ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿਹੜਾ ਆਨੰਦ ਕਾਰਜ ਸੀ ਬਿਲਕੁਲ ਗੁਰਮਤ ਅਨੁਸਾਰ ਹੋਇਆ। ਔਰ
ਜੋ ਪਰਿਵਾਰ ਹੈ ਜਿਹੜੇ ਜਦੋਂ ਘਰ ਦੇ ਸੋਚਦੇ ਹੁੰਦੇ ਸੀ ਕਿ ਹੁਣ ਇਹਨੇ ਤਾਂ ਅੰਮ੍ਰਿਤ ਛਕ ਲਿਆ, ਇਹਨੂੰ ਕਿੱਦਾਂ ਦਾ ਪਰਿਵਾਰ ਮਿਲੇਗਾ, ਉਸ ਵੇਲੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਹੁੰਦਾ ਸੀ। ਕਿਉਂਕਿ ਜਿਸ ਵੇਲੇ ਮੈਂ ਅੰਮ੍ਰਿਤ ਛਕਿਆ ਸੀਗਾ ਮੈਨੂੰ ਇਹੀ ਸ਼ੌਂਕ ਸੀ, ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਸਾਡੇ ਮੈਨੂੰ ਜਸਵਿੰਦਰ ਅੰਕਲ ਜੀ ਦੇ ਲੈਕਚਰ ਦੇ ਵਿੱਚ ਮੈਨੂੰ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ ਜਿਹੜੇ ਦੁਨਿਆਵੀ ਮਾਂ ਪਿਓ ਹੈ ਨਾ, ਉਹਨਾਂ ਨੇ ਤਾਂ ਇੱਕ ਦਿਨ ਚਲੇ ਜਾਣਾ ਹੈ, ਪਰ ਅਸਲੀ ਪਿਤਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆ ਨਾ, ਉਹਨਾਂ ਦਾ ਹੱਥ ਹਮੇਸ਼ਾ ਸਾਡੇ ਸਿਰ ਤੇ ਰਹੇਗਾ। ਮੈਨੂੰ ਜਿਸ ਵੇਲੇ ਅੰਮ੍ਰਿਤ ਛਕਿਆ ਮੇਰੇ ਮਨ ਦੇ ਵਿੱਚ ਸੀਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਬਣਨਾ, ਕਿਉਂਕਿ ਉਸ ਵੇਲੇ ਫਾਦਰ ਦੀ ਡੈਥ ਹੋਈ ਨੂੰ ਥੋੜਾ ਟਾਈਮ ਹੀ ਹੋਇਆ ਸੀ। ਮੈਂ ਬਹੁਤ ਵਾਰ ਉਹਨਾਂ ਨੂੰ ਯਾਦ ਕਰਕੇ ਰੋਣ ਲੱਗ ਜਾਣਾ, ਪਰ ਜਿਸ ਦਿਨ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਵਾਕਈ ਸਾਨੂੰ ਆਪਣੀ ਧੀ ਬਣਾ ਲੈਣਗੇ, ਤਾਂ ਉਸ ਵੇਲੇ ਅੰਮ੍ਰਿਤ ਛਕਣ ਦਾ ਜਿਹੜਾ ਚਾਅ ਸੀਗਾ ਉਹ ਮਨ ਦੇ ਵਿੱਚ ਆਇਆ ਕਿ ਮੈਂ ਗੁਰੂ ਸਾਹਿਬ ਜੀ ਦੀ ਧੀ ਬਣਾ। ਔਰ ਅੰਮ੍ਰਿਤ ਛਕਣ ਤੋਂ ਬਾਅਦ ਹਮੇਸ਼ਾ ਬੜਾ, ਜਿੱਥੇ ਵੀ ਗਈ ਬਹੁਤ ਪਿਆਰ ਮਿਲਿਆ। ਘਰਦਿਆਂ ਨੇ ਥੋੜਾ ਟਾਈਮ ਲਈ ਆਪਣਾ ਜਿਹੜਾ ਨਾਰਾਜ਼ਗੀ ਦਿਖਾਈ, ਕਿਉਂਕਿ ਉਹ ਆਪਣੀ ਜਗ੍ਹਾ ਠੀਕ ਸਨ, ਪਰ ਹੌਲੀ ਹੌਲੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਘਰ ਦੇ ਵਿੱਚ ਜਿਹੜੀ ਮਨਮਤ ਹੁੰਦੀ ਸੀ, ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੀ ਸੀ, ਗੁਰੂ ਸਾਹਿਬ ਜੀ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਚੇਂਜ ਮੇਰੇ ਅੰਦਰ ਲਿਆ ਦਿੱਤਾ, ਕਿਰਪਾ ਕਰਨਾ ਘਰ ਦੇ ਵਿੱਚ ਜਿਹੜੀ ਮਨਮਤ ਹੋ ਰਹੀ ਹੈ ਉਹ ਵੀ ਹੌਲੀ ਹੌਲੀ ਖਤਮ ਹੋ ਜਾਵੇ। ਮੇਰੇ ਮਦਰ ਜੋ ਰਾਧਾ ਸਵਾਮੀ ਡੇਰੇ ਵੀ ਜਾਂਦੇ ਸੀ, ਹੋਰ ਵੀ ਇੱਕ ਦੋ ਜਗ੍ਹਾ ਜਾਂਦੇ ਸੀ, ਤੇ ਉਹਨਾਂ ਨੇ ਵੀ ਇੱਧਰ ਉੱਧਰ ਆਉਣਾ ਜਾਣਾ ਬਿਲਕੁਲ ਬੰਦ ਕਰ ਦਿੱਤਾ, ਔਰ ਸਿਰਫ ਗੁਰਦੁਆਰੇ। ਔਰ ਅੱਜ ਮੰਮੀ ਵੀ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਨਿਤਨੇਮ ਕਰਦੇ ਹੈ। ਛੋਟਾ ਭਰਾ ਹੈ, ਉਹਨੇ ਦਸਤਾਰ ਸਜਾਈ ਹੈ ਔਰ +2 ਕਲਾਸ ਦੇ ਵਿੱਚ ਹੋਇਆ, ਔਰ ਉਹਨੇ ਅੰਮ੍ਰਿਤ ਵੀ ਛਕਿਆ ਹੋਇਆ ਔਰ ਆਪਣਾ ਨਿਤਨੇਮ ਕੰਪਲੀਟ ਕਰਦਾ ਹੈ। ਸੋ ਹੁਣ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਨਮਤ ਨਹੀਂ ਹੈਗੀ, ਸਿਰਫ ਗੁਰਦੁਆਰੇ ਜਾਂਦੇ ਆ। ਗੁਰੂ ਸਾਹਿਬ ਜੀ ਦੇ ਅੱਗੇ ਹੁਣ ਇਹੀ ਅਰਦਾਸ ਹੈ ਕਿ ਜਿਹੜੇ ਮੰਮੀ ਆ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਅੰਮ੍ਰਿਤ ਦੀ ਦਾਤ ਬਖਸ਼ ਦੇਣ। ਔਰ ਗੁਰੂ ਸਾਹਿਬ ਜੀ ਨੇ ਹੌਲੀ ਹੌਲੀ ਕਿਰਪਾ ਕਰਦੇ ਗਏ, ਤੇ ਜੋ ਪਰਿਵਾਰ ਹੈ ਮੈਨੂੰ ਅੱਗੇ ਗੁਰਸਿੱਖ ਪਰਿਵਾਰ ਮਿਲਿਆ। ਔਰ ਗੁਰੂ ਸਾਹਿਬ ਜੀ ਤੇ ਜਿਸ ਵੇਲੇ ਰਿਸ਼ਤਾ ਦੇਖਦੇ ਸੀ ਤੇ ਗੁਰੂ ਸਾਹਿਬ ਜੀ ਅੱਗੇ ਇਹੀ ਅਰਦਾਸ ਹੁੰਦੀ ਸੀ, ਗੁਰੂ ਸਾਹਿਬ ਜੀ ਤੁਸੀਂ ਮੈਨੂੰ ਆਪਣੀ ਧੀ ਬਣਾਇਆ, ਸਿਰਫ ਮੈਨੂੰ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਹੈ, ਜੇ ਉਹ ਮੇਰਾ ਪਿਤਾ ਹੈ ਤੇ ਉਹਨੇ ਮੇਰੇ ਲਈ ਕਦੀ ਕੁਝ ਗਲਤ ਨਹੀਂ ਸੋਚਣਾ। ਜਿਸ ਵੇਲੇ ਰਿਸ਼ਤਾ ਹੋਇਆ ਉਸ ਵੇਲੇ ਵੀ ਘਰਦਿਆਂ ਨੇ ਬਹੁਤ ਇਤਰਾਜ਼ ਦਿਖਾਇਆ ਕਿ ਇਹਨਾਂ ਨੇ ਰਿਸ਼ਤਾ ਕਰ ਦਿੱਤਾ, ਪਤਾ ਨਹੀਂ ਕਿੱਦਾਂ ਦਾ ਪਰਿਵਾਰ ਹੋਏਗਾ। ਤੇ ਪਰ ਜਿਸ ਵੇਲੇ, ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਇਹ ਵੀ ਸੁਣਿਆ ਸੀਗਾ ਕਿ ਪੁਰਾਣੇ ਟਾਈਮ 'ਚ ਜਦੋਂ ਕੋਈ ਵੀ ਅਸੀਂ ਕੋਈ ਨਵਾਂ ਕੰਮ ਕਰਨਾ ਹੁੰਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ, ਤਾਂ ਉਸ ਵੇਲੇ ਹੁਕਮਨਾਮਾ ਲਿਆ ਜਾਂਦਾ ਸੀ। ਜਿਸ ਵੇਲੇ ਸਾਡੀ ਅਰਦਾਸ ਦਾ ਹੁਕਮਨਾਮਾ ਹੋਇਆ ਉਸ ਵੇਲੇ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਨੇ ਜੋ ਵੀ ਮੇਰੇ ਲਈ ਦੇਖਿਆ ਬਹੁਤ ਵਧੀਆ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸੋ ਹੁਣ ਲਾਈਫ ਬਹੁਤ ਵਧੀਆ ਚੱਲ ਰਹੀ ਹੈ। ਜੋ ਰਿਸ਼ਤੇਦਾਰ ਕਹਿੰਦੇ ਸੀਗੇ ਕਿ ਇਹਨੇ ਬਹੁਤ ਗਲਤ ਕੰਮ ਕੀਤਾ ਹੈ, ਜੋ ਮੇਰੇ ਅਗੇਂਸਟ ਜਾਂਦੇ ਸੀਗੇ ਮੇਰੇ ਅੰਮ੍ਰਿਤ ਛਕਣ ਤੋਂ, ਔਰ ਉਹੀ ਅੱਜ ਪਰਿਵਾਰ ਬਹੁਤ ਮੇਰੇ 5 ਪਰਿਵਾਰ ਨੇ ਰਿਸ਼ਤੇਦਾਰਾਂ ਦੇ ਵਿੱਚ ਜਿਹੜੇ ਖੁਦ ਵੀ ਸਹਿਜ ਪਾਠ ਦੇ ਨਾਲ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਮਹਿਕਪ੍ਰੀਤ ਜੀ ਕਿ ਤੁਸੀਂ ਆਪਣੀ ਲਾਈਫ ਬਾਰੇ ਸਾਰਿਆਂ ਨੂੰ ਸ਼ੇਅਰ ਕੀਤਾ। ਮੈਂ ਬੇਨਤੀ ਕਰਾਂਗੀ, ਇਹਨਾਂ ਦੇ ਬ੍ਰਦਰ ਵੀ ਇਸ ਵੇਲੇ ਕੈਂਪ ਲਗਾ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਵੀਡੀਓ ਨੂੰ ਔਨ ਕਰਨ। ਅਨਮੋਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ? I am audible? ਹਾਂਜੀ ਹਾਂਜੀ। ਜਦੋਂ ਹੌਲੀ ਹੌਲੀ ਜਦੋਂ ਪਾਠ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਵਿਸ਼ਵਾਸ ਬਣਿਆ, ਗੁਰੂ ਸਾਹਿਬ ਜੀ ਨੇ ਆਪਣੇ ਆਪ ਹੀ ਕਿਰਪਾ ਕੀਤੀ ਹੈ। ਫਿਰ ਹੌਲੀ ਹੌਲੀ ਅੰਮ੍ਰਿਤ ਵੀ ਛਕਿਆ ਸੀ, ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕੀਤੀ ਹੈ। ਬਹੁਤ ਵਧੀਆ ਜੀ, ਬਹੁਤ ਧੰਨਵਾਦ ਤੁਹਾਡਾ। ਔਰ ਇਹ ਦੋਨੋਂ ਬੱਚੇ ਹਿੰਦੂ ਪਰਿਵਾਰ ਤੋਂ ਨੇ ਤੇ ਅੱਜ ਅੰਮ੍ਰਿਤ ਛਕ ਕੇ ਸਿੱਖ ਬਣੇ ਹੋਏ ਨੇ, ਸਿਰਫ ਤੇ ਸਿਰਫ ਬਾਣੀ ਨਾਲ ਜੁੜਨ ਸਦਕਾ। ਸੋ ਬਹੁਤ ਧੰਨਵਾਦ ਜੀ ਦੋਨਾਂ ਬ੍ਰਦਰ ਸਿਸਟਰਸ ਦਾ। ਔਰ ਇਹਨਾਂ ਦੇ ਮਦਰ ਵੀ ਅੱਜ ਕੱਲ ਇਹਨਾਂ ਨਾਲ ਬਾਣੀ ਪੜ੍ਹਦੇ ਨੇ, ਨਾਲ ਇਹਨਾਂ ਦਾ ਸਾਥ ਦਿੰਦੇ ਨੇ ਜੀ। ਸੋ ਇੱਕ ਦੋ ਬੱਚਿਆਂ ਦੇ ਹੈਂਡ ਰੇਜ਼ ਲੈਣੇ ਆ ਜੀ, ਉਸ ਤੋਂ ਬਾਅਦ ਆਪਾਂ ਨੈਕਸਟ ਸੈਸ਼ਨ ਵੱਲ ਵਧਾਂਗੇ। ਕੁਝ ਬੱਚਿਆਂ ਦੇ ਹੈਂਡ ਰੇਜ਼ ਨੇ। ਸੋ ਹਾਂਜੀ, ਦਿਲਵੀਰ ਕੌਰ, ਦਿਲਜੋਤ ਸਿੰਘ ਜੀ, ਬੱਚਿਆਂ ਨੂੰ ਬੇਨਤੀ ਹੈ ਪਲੀਜ਼ ਆਪਣੇ ਜਿਹੜੀ ਵੀਡੀਓਜ਼ ਆ ਉਹਨਾਂ ਨੂੰ ਕਰਨਾ, ਪਰ ਸਭ ਨੂੰ ਬੇਨਤੀ ਹੈ ਕਿ ਬੜੇ ਸੰਖੇਪ ਦੇ ਵਿੱਚ ਗੱਲਬਾਤ ਕੀਤੀ ਜਾਵੇ ਤਾਂ ਕਿ ਸਭ ਨੂੰ ਚਾਂਸ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਮਹਿਕ ਔਰ ਮੈਮ ਉਹ ਸਾਡੇ ਬਾਈਸੀ ਨੇ, ਇਹਨਾਂ ਦਾ ਅਨੁਭਵ ਸੁਣ ਕੇ ਸਹਿਜ ਪਾਠ ਦਾ ਐਕਸਪੀਰੀਅੰਸ ਵੀ ਇਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਰਾਧਾ ਸਵਾਮੀ ਨੂੰ ਮੰਨਦੇ ਸਨ। ਕਿਵੇਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਕਿ ਸੱਚੇ ਗੁਰੂ ਜੀ ਦੇ ਲੜ ਲੱਗੇ, ਤੇ ਰੱਬ ਕਿਰਪਾ ਕਰੇ ਕਿ ਇਹਨਾਂ ਤੇ ਐਵੇਂ ਹੀ ਮਿਹਰ ਬਣਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਜਸਲੀਨ ਕੌਰ 6039 ਅੰਮ੍ਰਿਤਸਰ ਤੋਂ।
ਹਾਂਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਜੀ। ਹਾਂਜੀ ਮੈਂ ਆਪਣੀ ਸਰੂਪ ਦੀ ਗੱਲ ਕੀਤੀ ਸੀ ਕਿ ਜਿਵੇਂ ਆਪਾਂ ਜਾਂਦੇ ਹਾਂ ਕਾਲਜ ਵਿੱਚ ਜਾਂਦੇ ਹਾਂ ਜਾਂ +1 2 'ਚ ਨਵੇਂ ਜੁਆਇਨ ਕਰਦੇ ਹਾਂ ਤਾਂ ਬੱਚਿਆਂ ਨੂੰ ਹੁੰਦਾ ਕਿ ਕਿਵੇਂ ਦਾ ਮਾਹੌਲ ਹੋਏਗਾ। ਮੇਰੇ ਨਾਲ ਹੋਇਆ ਸੀ ਕਿ ਮੈਂ ਜਦੋਂ 10th ਕੀਤੀ ਸੀ ਮੈਂ ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਤੋਂ ਪੜ੍ਹੀ ਸੀ ਤੇ ਸਿੱਖੀ ਨਾਲ ਜੁੜੀ ਹੋਈ ਸੀ, ਉਦੋਂ ਹੀ ਸਹਿਜ ਪਾਠ ਆਰੰਭ ਵੀ ਕੀਤਾ ਸੀ। ਤੇ ਜਦੋਂ ਗਈ ਮੈਂ ਫੋਰੈਸਟ ਸਕੂਲ ਤੇ ਉੱਥੇ ਹਿੰਦੂ ਕੁੜੀਆਂ ਜ਼ਿਆਦਾ ਸੀ, ਸਿੱਖ ਕੁੜੀਆਂ ਘੱਟ ਹੈਗੀਆਂ ਸੀ ਤੇ ਮੇਰੀ ਕਲਾਸ ਵਿੱਚ ਹੋਰ ਕੋਈ ਅੰਮ੍ਰਿਤਧਾਰੀ ਕੁੜੀ ਵੀ ਨਹੀਂ ਸੀ। ਤੇ ਮੇਰੀ ਕਲਾਸ 'ਚ 2 ਜਸਲੀਨ ਸੀ, ਇੱਕ ਮੈਂ ਸੀ, ਇੱਕ ਹੋਰ ਸੀ ਤੇ ਉਹ ਸਾਰੀਆਂ ਮੈਨੂੰ ਚੁੰਨੀ ਵਾਲੀ ਕੁੜੀ ਕਹਿੰਦੇ ਹੁੰਦੇ ਸੀ, ਚੁੰਨੀ ਵਾਲੀ ਜਸਲੀਨ। ਤੇ ਇੱਥੇ ਵੀ ਜਦੋਂ ਮੈਂ ਮਹੱਲੇ ਵਿੱਚ ਗੁਰਦੁਆਰੇ ਵਿੱਚ ਕੀਰਤਨ ਕਰਦੀ ਹਾਂ ਤੇ ਲੋਕਾਂ ਨੂੰ ਮੇਰਾ ਨਾਮ ਨਹੀਂ ਪਤਾ ਸੀ ਤੇ ਉਹ ਸਾਰੀਆਂ ਜਦੋਂ ਗੱਲ ਕਰਦੀਆਂ ਆਪਸ ਵਿੱਚ ਇਸ ਤਰ੍ਹਾਂ ਕਹਿੰਦੀਆਂ ਲੰਬੀ ਗੁੱਤ ਵਾਲੀ ਕੁੜੀ। ਤੇ ਬਹੁਤ ਮਾਣ ਮਿਲਦਾ ਹੈ, ਬਹੁਤ ਰਿਸਪੈਕਟ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ ਤੁਹਾਡੀ ਗੱਲ ਸੱਚ ਹੈ, ਬਹੁਤ ਰਿਸਪੈਕਟ ਮਿਲਦੀ ਹੈ ਜਿਹੜੇ ਵੀ ਇਸ ਤਰ੍ਹਾਂ ਹਮੇਸ਼ਾ ਸਿਰ ਢੱਕ ਕੇ ਰੱਖਦੇ ਨੇ। ਸੋ ਬਹੁਤ ਧੰਨਵਾਦ ਜੀ। ਹੁਣ ਨੈਕਸਟ ਹੈ ਜੀ 13811। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਤੁਹਾਡੀ ਕਨੈਕਸ਼ਨ ਪ੍ਰੋਬਲਮ ਆ ਰਹੀ ਹੈ, ਪਤਾ ਬਾਅਦ ਗੁਰੂ ਅੱਗੇ ਹੱਥ ਦੱਸਦੇ ਹੀ ਆਪਣੇ ਨਾਲ ਜੋੜੇ ਰੱਖਣ। ਅਸੀਂ ਕਦੇ ਵੀ ਡੋਲੀਏ ਨਾ, ਬਣ ਕੇ ਜੋ ਆਨੰਦ ਮਿਲਦਾ ਹੈ ਉਹ ਕਦੀ ਵੀ ਸਾਨੂੰ ਨਹੀਂ ਮਿਲ ਸਕਦਾ। ਜੀ ਨੈਕਸਟ ਲਖਵੀਰ ਸਿੰਘ ਜੀ ਸਿੰਘੋ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਜਾਤ ਪਾਤ ਤੇ ਹਰ ਪ੍ਰਕਾਰ ਦੀ ਵੰਡ ਅਤੇ ਨਫ਼ਰਤ ਨੂੰ ਨਕਾਰਦਿਆਂ ਇਸ ਸਿਸਟਮ ਨੂੰ ਅਵਿਗਿਆਨਕ ਦੱਸਿਆ ਗਿਆ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰ ਜਦੋਂ ਇੱਕ ਪ੍ਰਮਾਤਮਾ ਹੈ ਤਾਂ ਫਿਰ ਸਾਡੇ ਲਈ ਇਹ ਵੰਡ ਦਾ ਕੋਈ ਅਰਥ ਨਹੀਂ। ਸਾਰੇ ਮਨੁੱਖ ਇੱਕ ਪ੍ਰਭੂ ਦੀ ਕਿਰਤ ਹੋਣ ਕਾਰਨ ਇੱਕ ਦੂਜੇ ਦੇ ਭੈਣ ਭਰਾ ਹਨ। ਇਸ ਲਈ ਸਭ ਨੂੰ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ, ਸਗੋਂ ਜਾਤ ਪਾਤ ਅਰਥ ਨੂੰ ਤਿਆਗਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਿਪਟੀ ਨੰਬਰ 11625। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਖਾਲਸਾ ਫਤਿਹ ਜੀ। ਮੈਂ ਜਸਪ੍ਰੀਤ ਕੌਰ EPP ਨੰਬਰ 11625 ਅਤੇ ਲੁਧਿਆਣੇ ਜ਼ੋਨ ਤੋਂ ਹਾਂ। ਮੈਂ ਮਹਿਕ ਮੈਮ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕੀਤਾ। ਉਹਨਾਂ ਦਾ ਲਾਈਫ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਇਫੈਕਟਿਵ ਸੀ, ਜਿਹਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲੀ ਆ, ਐਪਰੀਸੀਏਸ਼ਨ ਮਿਲੀ ਆ ਐਂਡ ਐਨਕਰੇਜਮੈਂਟ ਮਿਲੀ ਆ। ਥੈਂਕ ਯੂ ਸੋ ਮਚ ਮੈਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਵਾਈਸੀ ਬਹਾਦਰ ਸਿੰਘ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਭੈਣ ਜੀ ਮੈਂ ਇੱਕ ਔਰ ਭੈਣ ਇੱਕ ਗੱਲ ਦੱਸਣੋਂ ਰਹਿ ਗਈ, ਮੈਂ ਉਹ ਪੂਰੀ ਕਰਦਿਆਂ ਬੱਚੇ ਸਾਰੇ ਸੁਣ ਰਹੇ ਨੇ ਕਿ ਜਿੱਥੇ ਇਹਨਾਂ ਦਾ ਪਰਿਵਾਰ ਵੀ ਇਹਨਾਂ ਨੂੰ ਇਸ ਪਾਸੇ ਨਹੀਂ ਸੀ ਆਉਣ ਦਿੰਦਾ, ਅੱਜ ਲੁਧਿਆਣੇ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਤਕਰੀਬਨ ਅਪਰੋਕਸੀਮੇਟਲੀ ਭੈਣ ਜੀ 100-150 ਬੱਚਾ ਮੇਰਾ ਖਿਆਲ ਸ਼ਾਇਦ ਇਹਨਾਂ ਕੋਲ ਹੋਣਾ ਹੈਗਾ, ਜਿਨ੍ਹਾਂ ਦੇ ਇੰਚਾਰਜ ਨੇ ਜੀ ਮਹਿਕ ਕੌਰ ਭੈਣ ਜੀ। 300-400 ਵਿਦਿਆਰਥੀ ਹੈਗੇ ਨੇ ਜੀ। ਵਾਹ ਜੀ ਵਾਹ, ਬਹੁਤ ਇਹ ਭੈਣ ਨੇ ਦੱਸਿਆ ਨਹੀਂ, ਚਲੋ ਮੈਂ ਇਸ ਲਈ ਜ਼ਰੂਰੀ ਸਮਝਿਆ ਕਿ ਅੱਜ ਉਹ ਇਕੱਲਾ ਬੱਚਾ 400 ਬੱਚੇ ਨੂੰ ਗੁਰਮਤ ਨਾਲ ਜੋੜ ਰਿਹਾ, ਜਿਹਨੂੰ ਘਰ ਦੇ ਵੀ ਬਰਦਾਸ਼ਤ ਨਹੀਂ ਕਰਦੇ ਸੀ, ਤੇ ਉਹ ਗੁਰੂ ਤੇ ਭਰੋਸਾ ਤੇ ਪਿਆਰ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਅਸੀਂ ਹੋਰ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਹੈਂਡ ਰੇਜ਼ ਕੀਤੇ ਆਪਾਂ ਉਹਨਾਂ ਨੂੰ ਫਿਰ ਸਮਾਂ ਦੇਵਾਂਗੇ। ਹੁਣ ਸਮਾਂ ਹੈ ਜੀ ਅਗਲੇ ਸੈਸ਼ਨ ਦਾ, ਕਿਉਂਕਿ ਸਮਾਂ ਸਾਡੇ ਕੋਲ ਘੱਟ ਰਹਿ ਗਿਆ। ਸਾਡੇ ਕੋਲ ਹਰਸਿਮਰਨ ਸਿੰਘ ਜੀ ਕੈਨੇਡਾ ਤੋਂ ਜੁੜੇ ਨੇ, ਉਹਨਾਂ ਨੇ ਵੀ ਅੱਜ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਹੈ ਜੀ। ਹਰਸਿਮਰਨ ਸਿੰਘ ਜੀ ਬੇਨਤੀ ਆਪਣਾ ਹੈਂਡ ਰੇਜ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਮੇਰਾ ਨਾਮ ਹਰਸਿਮਰਨਦੀਪ ਸਿੰਘ ਹੈ ਤੇ ਮੈਂ ਇਸ ਟਾਈਮ ਸਰੀ ਸ਼ਹਿਰ ਵਿੱਚ ਬੈਠਾ ਹਾਂ ਕੈਨੇਡਾ ਵਿੱਚ। ਤੇ ਇਹ ਸਭ ਲਈ ਮੈਂ ਸ਼ੁਕਰਾਨਾ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਅਤੇ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ ਅਤੇ ਉਹਨਾਂ ਦੀ ਸਾਰੀ EPP ਟੀਮ ਦਾ। ਮੈਂ ਦੇਖ ਰਿਹਾ ਕਿ ਮੇਰੇ ਵਾਂਗ ਬਹੁਤ ਹੀ ਸਾਰੇ ਸਟੂਡੈਂਟਸ ਇੱਥੇ ਬੈਠੇ ਹੋਏ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਬਹੁਤ ਬੱਚੇ ਪੜ੍ਹ ਕੇ ਕੁਛ ਬਣਨ ਦੇ ਚਾਅ ਨਾਲ EPP ਟੀਮ ਨਾਲ ਜੁੜਦੇ ਨੇ। ਅਤੇ ਮੈਂ ਧੰਨਵਾਦ ਕਰਦਾ ਹਾਂ ਜਸਵਿੰਦਰ ਸਿੰਘ ਜੀ ਖਾਲਸਾ ਜੀ ਦਾ, ਜੋ ਇਹਨਾਂ ਸਭ ਦੀ ਸਪੋਰਟ ਕਰ ਰਹੇ ਨੇ। ਮੈਂ ਵੀ ਆਪ ਸਭ ਵਾਂਗ ਜਦੋਂ EPP ਨਾਲ ਜੁੜਿਆ ਸੀ ਤੇ ਮੈਂ 9ਵੀਂ 10ਵੀਂ ਕਲਾਸ ਵਿੱਚ ਹੁੰਦਾ ਸੀ ਅਤੇ ਘਰ ਦੇ ਹਾਲਾਤ ਬਹੁਤ ਖਰਾਬ ਸਨ
ਮੇਰੇ ਪਿਤਾ ਜੀ ਜੋ ਸਨ ਉਹ ਆਟੋ ਚਲਾਉਂਦੇ ਸੀ ਅਤੇ ਉਹ ਸਾਡੀ ਪੜ੍ਹਾਈ ਦਾ ਖਰਚਾ ਨਹੀਂ ਉਠਾ ਸਕਦੇ ਸੀ, ਸੋ ਅਸੀਂ ਅੰਕਲ ਜੀ ਨੂੰ ਮਿਲੇ ਅਤੇ ਉਦੋਂ ਹੀ ਉਹਨਾਂ ਨਾਲ ਜੁੜੇ। ਮੈਂ EPP ਨਾਲ ਜੁੜਿਆ ਜਦੋਂ ਅੰਮ੍ਰਿਤਸਰ ਵਿੱਚ ਇਸ ਟੀਮ ਦੇ ਕੈਂਪ ਲੱਗ ਰਹੇ ਸੀ। ਸੋ ਲਵਲੀਨ ਦੀਦੀ ਨੇ ਸਾਨੂੰ ਇਸ ਟੀਮ ਨਾਲ ਜਾਣੂ ਕਰਾਇਆ ਤੇ ਗੁਰੂ ਜੀ ਦੀ ਕਿਰਪਾ ਨਾਲ ਮੈਂ 10ਵੀਂ ਕਲਾਸ ਵਿੱਚ 10 CGPA ਨਾਲ ਕਲੀਅਰ ਕੀਤੀ ਅਤੇ ਮੈਂ ਸਕੂਲ ਵਿੱਚ ਟੌਪ ਕੀਤਾ ਅਤੇ ਫਿਰ +2 ਵਿੱਚ ਵੀ ਮੈਂ ਆਪਣੇ ਸਕੂਲ ਦਾ ਟੌਪਰ ਰਿਹਾ। ਤੇ ਜਦੋਂ ਮੈਂ ਅੰਕਲ ਜੀ ਨੂੰ ਮਿਲਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਬਾਹਰ ਜਾ ਕੇ ਕੁਝ ਕਰਨਾ ਚਾਹੁੰਦਾ, ਆਪਣੇ ਘਰ ਨੂੰ ਸਪੋਰਟ ਕਰਨਾ ਚਾਹੁੰਦਾ, ਕਿਉਂਕਿ ਸਾਡੇ ਖਰਚੇ ਮੇਰੇ ਪਿਤਾ ਜੀ ਹੈਂਡਲ ਨਹੀਂ ਕਰ ਸਕਦੇ ਸੀ। ਤੇ ਮੈਂ ਸੋਚਿਆ ਸੀ ਕਿ ਬਾਹਰ ਜਾਊਂਗਾ, ਆਪ ਕੰਮ ਕਰੂੰਗਾ ਅਤੇ ਕਮਾਊਂਗਾ ਤੇ ਘਰੇ ਵੀ ਹੈਲਪ ਕਰੂੰਗਾ ਤੇ ਨਾਲ ਦੀ ਨਾਲ ਪੜ੍ਹਾਈ ਵੀ ਕਰੂੰਗਾ। ਸੋ ਜਦੋਂ ਮੈਂ ਅੰਕਲ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਮੈਨੂੰ ਇੱਕ ਹੀ ਗੱਲ ਸਮਝਾਈ ਕਿ ਜੇ ਤੁਸੀਂ ਜਾਣਾ ਚਾਹੋਗੇ ਤਾਂ ਅਸੀਂ ਹੈਲਪ ਕਰਾਂਗੇ, ਪਰ ਸ਼ਰਤ ਹੈ ਕਿ ਤੁਸੀਂ ਆਪਣਾ ਸਿੱਖੀ ਸਰੂਪ ਨਹੀਂ ਛੱਡੋਗੇ, ਏਦਾਂ ਹੀ ਰਹੋਗੇ। ਉਹਨਾਂ ਨੇ ਮੈਨੂੰ ਸਮਝਾਇਆ ਕਿ ਲੋਕ ਬਾਹਰ ਜਾ ਕੇ ਸਿੱਖੀ ਤੋਂ ਦੂਰ ਹੋ ਜਾਂਦੇ ਨੇ ਅਤੇ ਗਲਤ ਕੰਮਾਂ ਵਿੱਚ ਪੈ ਜਾਂਦੇ ਨੇ। ਸੋ ਮੈਂ ਅੰਕਲ ਜੀ ਨੂੰ ਭਰੋਸਾ ਦਿਵਾਇਆ ਕਿ ਮੈਂ ਜਿਵੇਂ ਹਾਂ ਐਵੇਂ ਹੀ ਰਵਾਂਗਾ ਅਤੇ ਉੱਥੇ ਜਾ ਕੇ ਵੀ ਗੁਰਬਾਣੀ ਨਾਲ ਜੁੜਿਆ ਰਵਾਂਗਾ, ਗੁਰੂ ਘਰ ਨਾਲ ਜੁੜਿਆ ਰਵਾਂਗਾ। ਸੋ ਮੈਂ ਆਪਣੇ ਵੱਲੋਂ ਪੂਰੀ ਟਰਾਈ ਕੀਤੀ ਕਿ ਮੈਂ ਹਮੇਸ਼ਾ ਇਸੇ ਤਰ੍ਹਾਂ ਰਵਾਂ ਅਤੇ ਗੁਰੂ ਜੀ ਦੀ ਕਿਰਪਾ ਨਾਲ ਮੈਂ ਇਸੇ ਤਰ੍ਹਾਂ ਹੀ ਹਾਂ ਅਤੇ ਜੋ ਵੀ ਕਰ ਰਿਹਾ ਹਾਂ ਸਿੱਖੀ ਸਰੂਪ ਵਿੱਚ ਕਰ ਰਿਹਾ ਹਾਂ। ਸੋ ਫਿਰ ਜਦੋਂ ਮੈਂ ਬਾਹਰ ਆ ਗਿਆ ਤਾਂ ਮੈਂ ਬਿਜ਼ਨਸ ਮੈਨੇਜਮੈਂਟ ਵਿੱਚ ਐਡਮਿਸ਼ਨ ਲਈ ਸੀ ਅਤੇ ਮੈਂ 2 ਸਾਲਾਂ ਵਿੱਚ ਆਪਣੀ ਸਟੱਡੀ ਕੰਪਲੀਟ ਕਰ ਲਈ ਤੇ ਇੱਥੇ ਵੀ ਇੱਕ ਮਾਣ ਵਾਲੀ ਗੱਲ ਹੈ ਸਾਡੀ EPP ਟੀਮ ਲਈ ਅਤੇ ਸਭ ਵਾਹਿਗੁਰੂ ਜੀ ਦੀ ਮਿਹਰ ਨਾਲ ਮੈਂ ਯੂਨੀਵਰਸਿਟੀ ਵਿੱਚ ਵੀ ਟੌਪ ਦੇ 5 ਬੱਚਿਆਂ ਵਿੱਚ ਟੌਪ ਕੀਤਾ ਅਤੇ ਵਿਦ ਡਿਸਟਿੰਕਸ਼ਨ ਮੈਂ ਆਪਣੀ ਜਿਹੜੀ ਪੜ੍ਹਾਈ ਹੈ ਉਹ ਕੰਪਲੀਟ ਕੀਤੀ ਤੇ ਹੁਣ ਮੈਂ ਇੱਕ ਸਟੋਰ ਵਿੱਚ ਕੰਮ ਕਰ ਰਿਹਾ ਹਾਂ ਅਤੇ ਨਾਲ ਦੀ ਨਾਲ ਇੱਕ ਇੰਪਲੋਇਮੈਂਟ ਏਜੰਸੀ ਵਿੱਚ ਐਜ਼ ਅ ਕੰਟਰੈਕਟਰ ਕੰਮ ਕਰ ਰਿਹਾ। ਮੇਰਾ ਸੁਪਨਾ ਹੈ ਕਿ ਮੈਂ ਜਲਦੀ ਤੋਂ ਜਲਦੀ ਕੁਝ ਆਪਣੇ ਸਿਰ ਤੇ ਖੜਾ ਹੋਵਾਂ, ਆਪਣਾ ਇੱਕ ਬਿਜ਼ਨਸ ਸੈੱਟ ਕਰਾਂ ਅਤੇ ਇੱਥੇ ਜੋ ਸਟੂਡੈਂਟਸ ਜੋਬ ਲਈ ਤੰਗ ਹੁੰਦੇ ਨੇ ਉਹਨਾਂ ਦੀ ਹੈਲਪ ਕਰਾਂ। ਅੰਕਲ ਜੀ ਨੇ ਮੈਨੂੰ ਕਿਹਾ ਕਿ ਅਸੀਂ ਜੋ ਸਾਰੇ ਸਟੂਡੈਂਟਸ ਨੇ ਉਹਨਾਂ ਨੂੰ ਮੋਟੀਵੇਟ ਕਰਨਾ, ਪਰ ਮੈਂ ਸਮਝਦਾ ਸਾਂ ਕਿ ਸਾਡੀ ਲਾਈਫ ਮੈਂ ਆਪਣੀ ਲਾਈਫ 'ਚ ਇੰਨਾ ਕੁਛ ਕੀਤਾ ਨਹੀਂ ਕਿ ਮੈਂ ਕਿਸੇ ਨੂੰ ਕੁਛ ਕਹਿ ਸਕਾਂ, ਪਰ ਜੇ ਅਸੀਂ ਮੋਟੀਵੇਟ ਹੋਣਾ ਹੀ ਹੈ ਤਾਂ ਅੰਕਲ ਜੀ ਦੀ ਲਾਈਫ ਤੋਂ ਹੋਈਏ ਜਿਨ੍ਹਾਂ ਨੇ ਇੰਨਾ ਸਟਰਗਲ ਕੀਤਾ ਅਤੇ ਇਸ ਟਾਈਮ ਵੀ ਉਹ ਬੱਚਿਆਂ ਦੀ ਸੇਵਾ ਕਰ ਰਹੇ ਨੇ। ਉਹਨਾਂ ਨੂੰ ਆਪਣਾ ਕੋਈ ਪਰਸਨਲ ਬੈਨੀਫਿਟ ਨਹੀਂ ਹੈ, ਸਟਿਲ ਉਹ ਬੱਚਿਆਂ ਲਈ ਇੰਨਾ ਕੁਛ ਕਰ ਰਹੇ ਨੇ। ਅਸੀਂ ਵੀ ਉਹਨਾਂ ਵਾਂਗੂ ਅਸੀਂ ਵੀ ਗੁਰੂ ਦੇ ਲੜ ਲੱਗੀਏ। ਉਹ ਟਾਈਮ ਵੀ ਸੀ, ਉਹ ਵੀ ਬਾਹਰ ਗਏ ਸੀ ਜਦੋਂ ਉਹਨਾਂ ਨੂੰ ਗੋਰਿਆਂ ਨੇ ਕਿਹਾ ਸੀ ਕਿ ਤੁਹਾਨੂੰ ਕੇਸ ਕਤਲ ਕਰਨੇ ਪੈਣਗੇ, ਤੁਹਾਨੂੰ ਜੋਬ ਲੈਣੀ ਪਏਗੀ, ਤਾਂ ਪਰ ਉਹ ਗੁਰੂ ਜੀ ਦੇ ਲੜ ਲੱਗੇ ਰਹੇ ਅਤੇ ਆਪਣੇ ਬੇਸਿਕਸ ਨੂੰ ਨਹੀਂ ਛੱਡਿਆ ਤੇ ਮੈਂ ਉਹਨਾਂ ਤੋਂ ਬਹੁਤ ਇੰਸਪਾਇਰ ਹੋਇਆ ਅਤੇ ਉਹਨਾਂ ਦੇ ਦਿੱਤੇ ਹੋਏ ਰਸਤੇ ਤੇ ਚੱਲ ਰਿਹਾ। ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਨਾਮ ਬਾਣੀ ਨਾਲ ਮੈਂ ਜੁੜਿਆ ਰਵਾਂ ਅਤੇ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਾਂ। ਸੋ ਮੈਂ ਆਪ ਸਭ ਨੂੰ ਕਹਿਣਾ ਚਾਹਾਂਗਾ ਵੀ ਸਹਿਜ ਪਾਠ ਨਾਲ ਜੁੜੇ ਰਹੋ। ਜੇ ਸਹਿਜ ਪਾਠ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਖੁਦ ਹੀ ਆਪਣੀ ਲਾਈਫ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਬੈਟਰ ਫੀਲ ਕਰੋਗੇ, ਤੁਹਾਨੂੰ ਹਰ ਚੀਜ਼ ਵਧੀਆ ਲੱਗਣ ਲੱਗੇਗੀ। ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਗੁਰਬਾਣੀ ਨਾਲ ਤਾਂ ਜੁੜੇ ਰਹੋ ਪਰ ਆਪਣੇ ਪੈਸ਼ਨ ਨੂੰ ਨਾ ਛੱਡੋ। ਜੋ ਤੁਸੀਂ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੋ ਉਹਦੇ ਲਈ ਵੱਧ ਤੋਂ ਵੱਧ ਮਿਹਨਤ ਕਰੋ ਤੇ ਹਮੇਸ਼ਾ ਹੀ ਟਰਾਈ ਕਰਦੇ ਰਹੋ। ਅਗਲੇ ਦਿਨ ਨੂੰ ਪਿਛਲੇ ਦਿਨ ਤੋਂ ਬੈਟਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ। ਵੀ ਇੱਥੇ ਕੋਈ ਵੀ ਪਰਫੈਕਟ ਨਹੀਂ ਹੈ, ਬਟ ਜੇ ਤੁਸੀਂ ਹਾਰਡ ਵਰਕ ਕਰੋਗੇ ਤਾਂ ਜ਼ਰੂਰ ਕਿਸੇ ਨਾ ਕਿਸੇ ਦਿਨ ਕਿਸੇ ਮੁਕਾਮ ਤੇ ਪਹੁੰਚੋਗੇ। ਤੇ ਮੈਂ ਅੰਕਲ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਬੈਠਾ ਹਾਂ ਤੇ ਮੈਂ ਦਿਨ ਟਰਾਈ ਕਰ ਰਿਹਾ ਕਿ ਆਪਣੇ ਆਪ ਨੂੰ ਹੋਰ ਬੈਟਰ ਕਰਾਂ, ਇੰਪਰੂਵ ਕਰਾਂ ਤੇ ਵੱਧ ਤੋਂ ਵੱਧ ਅੱਗੇ ਵੱਧਦਾ ਰਵਾਂ। ਸੋ ਆਪ ਸਭ ਜੀ ਨੂੰ ਵੀ ਬੇਨਤੀ ਹੈ ਕਿ ਗੁਰਬਾਣੀ ਤੋਂ ਨਾ ਟੁੱਟੋ, ਸਿੱਖੀ ਨਾਲ ਜੁੜੇ ਰਹੋ ਅਤੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਲਈ ਬਹੁਤ 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 ਮਿਹਨਤ ਕਰੋ। EPP ਦੀ ਸਾਰੀ ਟੀਮ ਤੁਹਾਨੂੰ ਸਪੋਰਟ ਕਰਨ ਲਈ ਤੁਹਾਡੇ ਨਾਲ ਹੈ। ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਅੰਕਲ ਜੀ ਹਰ ਕਿਸੇ ਦੀ ਸਹਾਇਤਾ ਕਰਨ ਲਈ ਹੱਥ ਉਹਨਾਂ ਦੇ ਖੜੇ ਨੇ। ਹਮੇਸ਼ਾ ਕੋਈ ਵੀ ਪ੍ਰੋਬਲਮ ਹੋਵੇ, ਕੁਛ ਵੀ ਹੋਵੇ, ਉਹ ਹਮੇਸ਼ਾ ਸਾਡੇ ਨਾਲ ਨੇ। ਸੋ ਮੈਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹਾਂ, ਆਪਣੇ ਮੰਮੀ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਅਤੇ
ਸਾਰੀ EPP ਦੀ ਟੀਮ ਦਾ ਧੰਨਵਾਦੀ ਹਾਂ, ਤਹਿ ਦਿਲੋਂ ਧੰਨਵਾਦੀ ਹਾਂ। ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਲ ਦਾ ਬੈਸਟ ਸਾਰਿਆਂ ਨੂੰ। ਸਾਰੇ ਜੋ ਵੀ ਬਣਨਾ ਚਾਹੁੰਦੇ ਨੇ, ਮੈਨੂੰ ਯਕੀਨ ਹੈ ਜੇ ਤੁਸੀਂ ਗੁਰਬਾਣੀ ਨਾਲ ਜੁੜੇ ਰਹੋਗੇ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਕੁਝ ਕਰ ਜਾਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਧੰਨਵਾਦ ਜੀ ਹਰਸਿਮਰਨ ਸਿੰਘ ਜੀ ਦਾ। ਸੋ ਹੁਣ ਕੁਝ ਬੱਚਿਆਂ ਦੇ ਹੈਂਡ ਰੇਜ਼ ਨੇ ਜੀ, ਆਪਾਂ ਉਹਨਾਂ ਨੂੰ ਲੈਣੇ ਆ। 9170 ਰੁਪਿੰਦਰ ਕੌਰ ਜੀ ਮੋਗਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Am I audible, ma'am? ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗੀ ਸਰਦਾਰ ਜਸਵਿੰਦਰ ਸਿੰਘ ਜੀ ਦਾ, ਸਾਡੀ ਪੜ੍ਹਾਈ ਵਿੱਚ ਇੰਨੀ ਮਦਦ ਕਰ ਰਹੇ ਨੇ। ਜੇਕਰ ਉਹ ਸਾਡੀ ਪੜ੍ਹਾਈ ਵਿੱਚ ਖਰਚਾ ਕਰਨ 'ਚ ਇੰਨੀ ਸਾਡੀ ਹੈਲਪ ਕਰ ਰਹੇ ਨੇ ਕਿ ਉਹ ਵੀ ਆਪ ਔਖੇ ਹੋ ਇੰਨਾ ਹੋ ਵੀ ਕੰਮ ਕਰਦੇ ਨੇ ਤਾਂ ਹੀ ਸਾਡੀ ਫੀਸ ਭਰਦੇ ਨੇ। ਜੋ ਨੇ EPP ਟੀਮ ਹੈ ਜੋ ਸਾਡੇ ਲਈ ਇੰਨਾ ਹਾਰਡ ਵਰਕ ਕਰ ਰਹੀ ਹੈ, ਫਿਰ ਅਸੀਂ ਕਿਉਂ ਨਹੀਂ ਇੰਨੀ ਮਤਲਬ ਵੀ ਹਾਰਡ ਵਰਕ ਕਰਦੇ ਕਿ ਉਹਨਾਂ ਦੇ ਸੁਪਨਾ ਜੋ ਅਸੀਂ ਪੂਰਾ ਕਰ ਸਕੀਏ। ਸੁਪਨਾ ਉਹਨਾਂ ਨੇ ਦੇਖਿਆ ਵਾ ਪੂਰਾ, ਅਸੀਂ ਸਾਰੇ ਬੱਚਿਆਂ ਨੇ ਕਰਨਾ ਵਾ, ਗੁਰਸਿੱਖ ਡਾਕਟਰ ਬਣੀਏ ਤਾਂ ਜੋ ਅਸੀਂ ਉਹਨਾਂ ਦਾ ਸੁਪਨਾ ਪੂਰਾ ਕਰ ਸਕੀਏ। ਕਿਉਂਕਿ ਪਰਮਾਤਮਾ ਸਾਨੂੰ ਮੌਕੇ ਬਖਸ਼ਦਾ ਵਾ, ਪਰ ਅਸੀਂ ਉਹਨਾਂ ਦਾ ਇਸਤੇਮਾਲ ਚੰਗੀ ਤਰ੍ਹਾਂ ਨਹੀਂ ਕਰਨਾ ਜਾਣਦੇ। ਇਸ ਕਰਕੇ ਪਰਮਾਤਮਾ ਨੇ ਸਾਨੂੰ ਦਿੱਤਾ ਵਾ, ਜੋ ਜਿਸ ਰਜ ਵਿੱਚ ਰੱਖਦਾ ਸਾਨੂੰ ਉੱਥੇ ਰਹਿਣਾ ਚਾਹੀਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1169 ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਅੰਕਲ ਜਸਵਿੰਦਰ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਕਿ ਆਪਣੀ ਕਿੱਥੋਂ ਆਪਾਂ ਇੱਕ ਲੈਵਲ, ਪਹਿਲੇ ਲੈਵਲ ਤੋਂ ਜਾ ਕੇ ਆਪਾਂ ਜੇਕਰ ਆਪਾਂ ਆਪਣੀ ਟੀਮ ਨੂੰ ਅੱਗੇ ਤੱਕ ਲਿਜਾਣਾ ਹੋਵੇ ਤਾਂ ਉਹ ਬੜਾ ਔਖਾ ਹੁੰਦਾ ਹੈ। ਤੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਆਪਣੀ ਸਾਰੀ ਟੀਮ ਹੈ ਉਹ ਤਿਆਰ ਹੋਏ ਹਾਂ। ਤੇ ਇਸ ਲਈ ਸਾਨੂੰ ਕੀ ਹੈ, ਸਾਰੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹੀ ਹੈ ਕਿ ਜੋ ਭਾਈ ਜਸਵਿੰਦਰ ਸਿੰਘ ਜੀ ਅੰਕਲ ਜੀ ਦਾ ਪਹਿਲਾਂ ਉਹ ਕਹਿੰਦੇ ਸੀਗੇ ਕਿ ਬਾਬਾ ਜਸਵੀਰ ਸਿੰਘ ਜੀ ਖਾਲਸਾ ਕਰਨੇ ਵਾਲਿਆਂ ਦਾ ਸੁਪਨਾ ਹੈ ਕਿ ਗੁਰਸਿੱਖ ਡਾਕਟਰ ਜਾਂ ਗੁਰਸਿੱਖ ਜੱਜ ਹੋਣ, ਤੇ ਉਹਨਾਂ ਦੇ ਸੁਪਨੇ ਨੂੰ ਆਪਾਂ ਹੀ ਪੂਰਾ ਕਰਨਾ ਵਾ। ਤੇ ਇਹ ਜੋ ਆਪਾਂ ਸਟੂਡੈਂਟਸ ਆ ਟੀਮ ਦੇ ਰੂਪ ਦੇ ਵਿੱਚ, ਤੇ ਇਸ ਲਈ ਮੇਰੀ ਇਹ ਰਿਕੁਐਸਟ ਹੈ ਕਿ ਆਪਾਂ ਸਾਰੇ ਹਾਰਡ ਵਰਕ ਕਰੀਏ ਤੇ ਸਿੱਖ ਕੌਮ ਦਾ ਨਾਮ ਰੌਸ਼ਨ ਹੋਵੇ। ਤੇ ਇੱਕ ਜੋ ਮੈਮ ਨੇ ਗੱਲ ਕਹੀ ਸੀਗੀ ਕਿ ਆਪਾਂ ਜਦੋਂ ਵੀ ਕਿਤੇ ਜਾਈਏ ਉਹ ਆਪਣੇ ਤੇ ਡਿਪੈਂਡ ਕਰਦਾ ਵਾ। ਆਪਾਂ ਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ, ਜੋ ਆਪਾਂ ਕਹਿ ਲਈ ਕਿ ਫਰੈਂਡਸ ਨੇ ਮਿਲਦੇ ਨੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ, ਉਹ ਆਪਣੇ ਤੇ ਡਿਪੈਂਡ ਆ। ਆਪਾਂ ਮਾੜੀ ਸੰਗਤ ਚੁਣਨੀ ਆ ਜਾਂ ਚੰਗੀ ਸੰਗਤ ਚੁਣਨੀ ਆ, ਵਿਕਾਰਾਂ 'ਚ ਪੈਣਾ ਕਿ ਸਹੀ ਰਸਤੇ ਤੇ ਜਾਣਾ ਵਾ। ਇਸ ਲਈ ਸਾਨੂੰ ਇਹ ਚਾਹੀਦਾ ਕਿ ਸਾਨੂੰ ਗਲਤ ਰਸਤੇ ਤੋਂ ਬਚ ਕੇ ਹਮੇਸ਼ਾ ਚੰਗੀ ਸੰਗਤ ਕਰਨੀ ਚਾਹੀਦੀ, ਤਾਂ ਜੋ ਸਾਡੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਪੱਗ ਨੂੰ ਦਾਗ ਨਾ ਲੱਗੇ, ਕਿ ਕੋਈ ਇਹ ਨਾ ਕਹਿ ਸਕੇ ਕਿ ਇਸਨੇ ਅੰਮ੍ਰਿਤ ਛਕਿਆ ਸੀ ਜਾਂ ਬਾਣਾ ਪਾਇਆ ਸੀ ਤੇ ਗਲਤ ਕੰਮ ਕਰਦਾ ਫਿਰਦਾ ਜਾਂ ਕਰਦੀ ਫਿਰਦੀ। ਇਸ ਲਈ ਕੋਈ ਉਂਗਲ ਨਾ ਚੱਕ ਸਕੀਏ ਤੇ ਆਪਾਂ ਇਸ ਤਰ੍ਹਾਂ ਦਾ ਕੋਈ ਚੰਗਾ ਕੰਮ ਕਰਕੇ ਦਿਖਾਈਏ ਸਾਰਿਆਂ ਨੂੰ, ਤਾਂ ਜੋ ਆਪਣੀ ਸਿੱਖ ਕੌਮ ਦਾ ਨਾਮ ਰੌਸ਼ਨ ਹੋ ਸਕੇ ਤੇ ਮਾਤਾ ਪਿਤਾ ਦਾ ਨਾਮ ਸਾਰਿਆਂ ਦਾ ਰੌਸ਼ਨ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਬੀਰ ਕੌਰ ਜੀ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਜੀ +2 ਦੇ ਵਿੱਚ ਮੋਗਾ ਚੋਂ। ਅੱਛਾ, +2 ਵਿੱਚ ਪੜ੍ਹਦੇ ਹੋ। ਹਾਂਜੀ, ਚਲੋ ਬਹੁਤ ਵਧੀਆ ਜੀ, ਬੜੇ ਵਧੀਆ ਵਿਚਾਰ ਨੇ ਤੁਹਾਡੇ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮੈਮ ਜੀ। ਬੇਨਤੀ ਕਰਾਂਗੀ, ਜਿਹੜਾ ਕੈਂਪ ਵਿੱਚ ਤੁਸੀਂ ਜੋ ਵੀ ਸਿੱਖ ਰਹੇ ਹੋ ਨਾ, ਇਹ ਸਿੱਖਣ ਦਾ ਮਕਸਦ ਸਿਰਫ ਇੰਨਾ ਕੁ ਹੈ ਕਿ ਅਸੀਂ ਇਹਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਵੀ ਕਰਨਾ ਹੈ। ਜੋ ਵੀ ਤੁਸੀਂ ਸਿੱਖ ਰਹੇ ਹੋ, ਆਪਣੇ ਰਿਵਿਊਜ਼ ਦੇ ਰਹੇ ਹੋ, ਜੋ ਵੀ ਤੁਸੀਂ ਆਪਣੀ ਨੋਟਬੁੱਕਸ ਤੇ ਨੋਟ ਕਰ ਰਹੇ ਹੋ, ਇਹਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਾਂਗੇ ਤਾਂ ਹੀ ਇਹ ਸਭ ਕੁਝ ਸਿੱਖੇ ਦਾ ਫਾਇਦਾ ਹੋਏਗਾ। ਸੋ ਬਹੁਤ ਧੰਨਵਾਦ ਜੀ। ਨੈਕਸਟ ਜੀ ਮੈਮ, ਬਾਕੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤਾਂ ਜ਼ਰੂਰ ਹੈ ਨਾ ਕੁਝ ਬਣ ਕੇ ਦਿਖਾਵਾਂਗੇ। ਬਸ ਗੁਰੂ ਸਾਹਿਬ ਜੀ ਦੀ ਕਿਰਪਾ ਹੋਣੀ ਚਾਹੀਦੀ ਹੈ ਜੀ, ਬਾਕੀ ਤਾਂ ਜੋ ਚਾਹੁੰਦੇ ਨੇ ਉਹੀ ਹੋਣਾ ਹੈ ਜੀ। ਬਾਕੀ ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ ਜੀ। ਮਨਦੀਪ ਕੌਰ EPP ਨੰਬਰ 10160। ਬੇਨਤੀ ਹੈ ਜੀ ਸੰਖੇਪ ਦੇ ਵਿੱਚ ਸਾਰੀ ਗੱਲਬਾਤ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਦੋਨਾਂ ਜੋ ਪਹਿਲਾਂ ਮੈਮ ਨੇ ਜੋ ਸਾਨੂੰ ਮੋਟੀਵੇਸ਼ਨ ਆਪਣੀ ਸਾਰਾ ਅਨੁਭਵ ਦੱਸਿਆ ਸਹਿਜ ਪਾਠ ਦਾ ਔਰ ਆਪਣੀ ਲਾਈਫ ਐਕਸਪੀਰੀਅੰਸ ਦੱਸਿਆ, ਤੇ ਹੁਣ ਸਰ ਨੇ ਵੀ ਦੱਸਿਆ, ਮੈਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ। ਤੇ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਉਹ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਸਨ ਤੇ ਫਿਰ ਵੀ ਉਹ ਤੇ ਹੁਣ ਸਿੱਖ ਬਣੇ ਤੇ ਹੁਣ ਲੁਧਿਆਣਾ ਜ਼ੋਨ ਦੇ YC ਵੀ ਹਨ, ਜੋ ਕਿ ਇੰਨੇ ਬੱਚਿਆਂ ਨੂੰ ਹੁਣ ਸਹਿਜ ਪਾਠ ਨਾਲ ਜੋੜ ਰਹੇ ਹਨ। ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਉਹ ਹਿੰਦੂ ਫੈਮਿਲੀ 'ਚ ਹੋ ਕੇ ਸਿੱਖ ਧਰਮ ਦੇ ਵਿੱਚ ਇੰਨਾ ਪਰਪੱਕ ਹੋ ਗਏ ਤੇ ਅਸੀਂ ਜਿਹੜੇ ਉਸ ਸਿੱਖ
ਫੈਮਿਲੀ ਨਾਲ ਬਿਲੋਂਗ ਕਰਦੇ ਹਨ ਉਹ ਇੰਨਾ ਸਿੱਖੀ ਵੱਲ ਗੌਰ ਨਹੀਂ ਕਰਦੇ। ਤੇ ਮੈਮ ਨੇ ਇੱਕ ਗੱਲ ਕੀਤੀ ਸੀ ਕਿ ਵਰਤ ਵੀ ਮੰਮਾ ਵਰਤ ਰੱਖਦੇ ਸਨ ਤਾਂ ਮੈਂ ਵੀ ਵਰਤ ਰੱਖਦੀ ਸਾਂ। ਤਾਂ ਮੈਂ ਵਰਤ ਬਾਰੇ ਕੁਝ ਕਹਿਣਾ ਚਾਹਾਂਗੀ ਕਿ ਵਰਤ ਜਿਹੜਾ ਵੀ ਜਿਵੇਂ ਹੁਣ ਇੱਕ ਵਾਈਫ ਹੁੰਦੀ ਆ ਉਹ ਵਰਤ ਰੱਖਦੀ ਆ ਆਪਣੇ ਪਤੀ ਦੇ ਲਈ ਜਦੋਂ, ਤਾਂ ਪਹਿਲਾਂ ਤਾਂ ਉਹ ਜਦੋਂ ਚੰਦਰਮੇ ਨਾਲ ਉਹ ਜਦੋਂ ਕਰਦੇ ਨੇ ਤਾਂ ਉਹ ਚੰਦਰਮੇ ਨੂੰ ਉਸ ਟਾਈਮ ਤੇ ਚੰਦਰਮੇ ਨੂੰ ਚੰਦ ਨੂੰ ਆਪਣਾ ਪਤੀ ਮੰਨਦੇ ਨੇ। ਤਾਂ ਪਰ ਉਸਦੇ ਉਲਟ ਜਦੋਂ ਕਈ ਵਾਰੀ ਉਹ ਬੱਚੇ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਕਿ ਚੰਨ ਮਾਮਾ ਹੈ ਨਾ, ਕਈ ਆਪਾਂ ਕਹਿੰਦੇ ਸਾਰਿਆਂ ਨੇ ਸੁਣਿਆ ਹੋਇਆ, ਆਪਣੇ ਵੀ ਘਰਾਂ ਵਿੱਚ ਕਈ ਕਹਿੰਦੇ ਹੋਣਗੇ ਕਿ ਚੰਨ ਮਾਮਾ ਹੈ। ਤੇ ਅਸੀਂ ਇਹ ਸੋਚੀਏ ਕਿ ਉਸ ਟਾਈਮ ਉਹ ਆਪਾਂ ਨੂੰ ਆਪਣਾ ਭਰਾ ਬਣਾਉਂਦੇ ਨੇ ਚੰਦਰਮੇ ਨੂੰ, ਤਾਂ ਦੂਸਰੇ ਜਗ੍ਹਾ ਤੇ ਉਹ ਆਪਣਾ ਨੂੰ ਆਪਣੇ ਪਤੀ ਵੀ ਬਣਾਉਂਦੇ ਨੇ, ਜੋ ਕਿ ਇਹ ਸਿਰਫ ਇੱਕ ਨਾਟਕ ਹੈ, ਇੱਕ ਸਿਰਫ ਕਰਮ ਕਾਂਡ ਹੈ। ਮੈਂ ਇੰਨੇ ਕਹਿਣਾ ਚਾਹਾਂਗੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੈਂ ਜ਼ੋਨ ਬਰਨਾਲਾ ਤੋਂ ਤੇ ਮੈਂ ਪੋਸਟ ਗ੍ਰੈਜੂਏਟ B.Ed ਕਰ ਰਹੀ ਹਾਂ। ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਸਾਡੇ ਜਸਵਿੰਦਰ ਅੰਕਲ ਜੀ, ਜਿਹੜੇ ਸਾਡੇ ਬਹੁਤ ਹੈਲਪ ਕਰ ਰਹੇ ਨੇ। ਜਿਵੇਂ ਕਿ ਉਹਨਾਂ ਦਾ ਸੁਪਨਾ, ਸਾਨੂੰ ਸਾਰਿਆਂ ਨੂੰ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਕਰਨੇ ਚਾਹੀਦੇ ਆ। ਜਿਵੇਂ ਕਿ ਮੈਮ ਨੇ ਦੱਸਿਆ ਸੀਗਾ ਕਿ ਮਤਲਬ ਜਦੋਂ ਅਸੀਂ ਕਾਲਜ 'ਚ ਜਾਂਦੇ ਸੀ, ਮਤਲਬ ਜਿਵੇਂ ਉਹ ਕਹਿੰਦੇ ਸੀਗੇ ਮਾਹੌਲ ਇੱਦਾਂ ਦਾ ਆਪਾਂ ਨੂੰ ਖੁਦ ਬਣਾਉਣਾ ਪੈਂਦਾ। ਜਿਸ ਤਰ੍ਹਾਂ ਚਲੋ ਅੱਜ ਮੈਂ ਦਸਤਾਰ ਨਹੀਂ ਸਜਾਈ ਹੋਈ, ਪਰ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਦੱਸਾਂ ਲਾਈਫ ਦਾ। ਪਹਿਲਾਂ ਮੈਂ ਜਦੋਂ ਦਸਤਾਰ ਨਹੀਂ ਸਜਾਉਂਦੀ ਸੀ, ਅੰਮ੍ਰਿਤ ਨਹੀਂ ਛਕਿਆ ਸੀ, ਉਦੋਂ ਮੈਂ ਬੜਾ ਡਰਦੀ ਸੀ ਵੀ ਮਤਲਬ ਬਾਹਰ ਜਾਣ ਤੋਂ, ਕਿਸੇ ਨਾਲ ਗੱਲ ਕਰਨ ਤੋਂ। ਪਰ ਜਦੋਂ ਮੈਂ ਗੱਤਕਾ ਸਿੱਖਿਆ ਤੇ ਮੈਂ ਅੰਮ੍ਰਿਤ ਛਕਿਆ ਤੇ ਅੱਜ ਮੈਂ ਕਿਸੇ ਤੋਂ ਨਹੀਂ ਡਰਦੀ। ਅੱਜ ਮੈਥੋਂ ਸਭ ਲੋਕ ਡਰਦੇ ਨੇ, ਬਿਕੋਜ਼ ਸਭ ਲੋਕ ਦਾ ਮਤਲਬ ਇਹ ਹੈ ਕਿ ਮਤਲਬ ਜਿੱਦਾਂ ਕਿ ਅੱਜ ਕੁੜੀਆਂ, ਜਿਵੇਂ ਕਈਆਂ ਨੂੰ ਮਤਲਬ ਕਿ ਜਿਵੇਂ ਉਹਨਾਂ ਬਾਰੇ ਕਿਸੇ ਨਾਲ ਜਿਵੇਂ ਰੇਪ ਹੋ ਰਿਹਾ ਏਦਾਂ, ਮਤਲਬ ਸਾਰਿਆਂ ਨੂੰ ਕੁੜੀਆਂ ਨੂੰ ਸੈਲਫ ਡਿਫੈਂਸ ਸਿੱਖਣਾ ਚਾਹੀਦਾ, ਗੱਤਕਾ ਸਿੱਖਣਾ ਚਾਹੀਦਾ, ਮਤਲਬ ਡਰਨਾ ਨਹੀਂ ਚਾਹੀਦਾ। ਜਿਸ ਤਰ੍ਹਾਂ ਅੱਜ ਲੋਕ ਮੇਰੀ ਬਹੁਤ ਰਿਸਪੈਕਟ ਕਰਦੇ ਨੇ ਦਮਾਲਾ ਸਜਾ ਕੇ, ਤੇ ਇਸੇ ਤਰ੍ਹਾਂ ਮਤਲਬ ਜਿਹੜਾ ਆਪਣਾ ਸਿੱਖੀ ਦਾ ਪਹਿਰਾਵਾ ਉਹ ਸਭ ਤੋਂ ਬੈਸਟ ਹੈ ਜੀ। ਤੇ ਜਿਹੜੇ ਆਪਾਂ ਇਹ ਮੇਕਅਪ ਵਗੈਰਾ ਕਰਦੇ, ਕਿਉਂਕਿ ਜਿਹੜਾ ਸਿੱਖੀ ਦੇ ਪਹਿਰਾਵੇ ਦੇ ਵਿੱਚ ਨੂਰ ਆਉਂਦਾ ਹੈ ਉਹ ਗੁਰਬਾਣੀ ਪੜ੍ਹ ਕੇ ਹੀ ਆਉਂਦਾ ਹੈ। ਤੇ ਆਪਣਾ ਜਿਹੜਾ ਮੇਕਅਪ ਹੈ ਆਪਾਂ ਕਹਿ ਲਈਏ ਉਹ ਗੁਰਬਾਣੀ ਹੀ ਹੈ। ਜੇ ਆਪਾਂ ਗੁਰਬਾਣੀ ਪੜਾਂਗੇ ਤਾਂ ਆਪਣੇ ਚਿਹਰੇ ਤੇ ਨੂਰ ਆਵੇਗਾ ਜੀ। ਤੇ ਇਸੇ ਤਰ੍ਹਾਂ ਮੈਮ ਨੇ ਬਹੁਤ ਵਧੀਆ ਸਮਝਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਿਲਕੁਲ ਫਤਿਹ। ਜੀ, ਸਾਡਾ ਡਰ ਦੂਰ ਹੋ ਜਾਂਦਾ ਹੈ। ਸੋ ਨੈਕਸਟ ਹੈਗੇ ਜੀ 14180, 14181। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਮਨਦੀਪ ਕੌਰ ਹੈ, APP ਨੰਬਰ 1481 ਤੇ ਮੈਂ ਜੋਨ ਸੰਗਰੂਰ ਦੀ ਸਟੂਡੈਂਟ ਹਾਂ। ਤੇ ਅੱਜ ਮੈਂ ਇਹ ਕਹਿਣਾ ਚਾਹੁੰਦੀ ਜੀ, ਫਸਟ ਆਫ ਆਲ ਤਾਂ ਮੈਂ ਜਸਵਿੰਦਰ ਸਿੰਘ ਅੰਕਲ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦੀ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਆਪਣੀ ਸਟੱਡੀ ਕੰਟੀਨਿਊ ਕਰ ਰਹੀ ਹਾਂ। ਕਿਉਂਕਿ ਅਸੀਂ 2 ਭੈਣ ਭਰਾ ਨੇ ਤੇ ਮੇਰਾ ਬ੍ਰਦਰ ਹੈ ਜੋ CBSE 'ਚ ਪੜ੍ਹਦਾ ਤੇ ਮੈਂ ਪੰਜਾਬ ਬੋਰਡ 'ਚ ਪੜ੍ਹੀ ਹਾਂ। ਇਸ ਤੋਂ ਬਾਅਦ ਸਾਡੇ ਪਾਪਾ ਕੋਲੇ ਇੰਨਾ ਜ਼ਿਆਦਾ ਐਲੀਜੀਬਿਲਟੀ ਨਹੀਂ ਸੀ ਵੀ ਉਹ ਸਾਡੀ ਫੀਸ ਭਰ ਸਕਣ, ਤੇ ਇਸ ਕਰਕੇ ਮੈਨੂੰ ਐਵੇਂ ਹੁੰਦਾ ਸੀ ਵੀ ਮੈਂ ਆਪਣੀ ਸਟੱਡੀ ਕੰਪਲੀਟ ਨਹੀਂ ਕਰ ਸਕਾਂਗੀ ਅੱਗੇ। ਤਾਂ ਮੈਂ ਥੈਂਕ ਯੂ ਕਰਦੀ ਅੰਕਲ ਜੀ ਦਾ ਕਿ ਉਹਨਾਂ ਨੇ ਮੈਨੂੰ ਆਪਣੀ ਸਟੱਡੀ ਕੰਟੀਨਿਊ ਕਰਵਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ। ਤੇ ਇਸ ਤੋਂ ਬਾਅਦ ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ 2016 ਦੇ ਵਿੱਚ ਮੇਰੇ ਵਾਈਫ ਜੀ ਨੇ ਵੀਰ ਬਹਾਦਰ ਸਿੰਘ ਜੀ ਆਉਂਦੇ ਸੀ, ਉਹਨਾਂ ਨੇ ਸਾਨੂੰ ਸਹਿਜ ਪਾਠ ਨਾਲ। ਸੋ ਲਾਸਟ ਹੈ ਜੀ ਵਾਈਸੀ ਕੁਲਵੰਤ ਸਿੰਘ ਜੀ, ਉਹਨਾਂ ਦਾ ਹੈਂਡ ਰੇਜ਼ ਹੈ। ਉਹਨਾਂ ਨੂੰ ਬੇਨਤੀ ਬੜੇ ਸੰਖੇਪ ਦੇ ਵਿੱਚ ਵਿਚਾਰ ਰੱਖਣੀ ਜੀ, ਆਪਣੀ ਵੀਡੀਓ ਨੂੰ ਔਨ ਕਰਨਾ ਜੀ।
ਹਾਂਜੀ ਭੈਣ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਉਂਦੀ ਹੈ ਜੀ? ਹਾਂਜੀ ਹਾਂਜੀ ਆ ਜਾਓ ਜੀ ਬੜਾ ਜਿਸ ਤਰ੍ਹਾਂ ਭੈਣ ਨੇ ਦੱਸਿਆਗਾ, ਵੈਸੇ ਗੁਰੂ ਜੀ ਕਹਿੰਦੇ ਨੇ ਮਤਲਬ ਜੇ ਸਾਡੇ ਪੱਲੇ ਗੁਰਬਾਣੀ ਆ ਨਾ, ਤੇ ਸਾਡੇ ਪੱਲੇ ਗੁਰਬਾਣੀ, ਅਸੀਂ ਗੁਰਬਾਣੀ ਨਾਲ ਜੁੜ ਗਏ ਤਾਂ ਸਾਡਾ ਬਾਣਾ ਨਹੀਂ ਉਤਰ ਸਕਦਾ ਜੀ। ਬੰਦ ਕੱਟਿਆ ਜਾ ਸਕਦਾ, ਤਰੱਕੀ ਦੇ ਤਰ ਸਕਦੇ ਆ, ਪਰ ਸਾਡਾ ਬਾਣਾ ਨਹੀਂ ਉਤਰ ਸਕਦਾ। ਜੇ ਸਾਡੇ ਕੋਲੇ ਬਾਣਾ ਕੱਲਾ ਨਾ ਬਾਣੀ ਨਹੀਂ ਹੈਗੀ, ਫਿਰ ਬਾਣਾ ਕਦੇ ਨਹੀਂ ਉਤਰ ਸਕਦਾ ਜੀ। ਕਹਿਣ ਦਾ ਮਕਸਦ ਇਹੀ ਆ ਵੀ ਜੇ ਅਸੀਂ ਬਾਣੀ ਦੇ ਪ੍ਰਵੱਖ ਹੋਈਏ ਤਾਂ ਹੀ ਸਾਡਾ ਬਾਣਾ ਕਾਮਯਾਬ ਰਹਿ ਸਕਦਾ। ਜੇ ਸਾਡੇ ਕੋਲੇ ਬਾਣੀ ਨਹੀਂ ਆਈ, ਕੱਲਾ ਬਾਣਾ ਵਾਲਿਆ, ਤਾਂ ਬਾਣਾ ਕਦੇ ਉਤਰ ਸਕਦਾ ਜੀ। ਬਸ ਇੰਨੀ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਧੰਨਵਾਦ ਜੀ। ਵੀਰ ਨੇ ਬੜਾ ਵਧੀਆ ਪੁਆਇੰਟ ਲਾਸਟ ਤੇ ਸਾਨੂੰ ਦੱਸਿਆ। ਸਾਰੇ ਜਣੇ ਨੋਟ ਕਰ ਲਓ ਜੀ, ਬਾਣੀ ਤੇ ਬਾਣਾ। ਇਹ ਦੋ ਕਹਿੰਦੇ ਵੀ ਚੱਕੇ ਹੁੰਦੇ ਆ, ਜਿੱਦਾਂ ਗੱਡੀ ਚਲਾਉਣ ਦੇ ਲਈ, ਸਕੂਟਰ ਚਲਾਉਣ ਦੇ ਲਈ ਦੋ ਚੱਕੇ ਜ਼ਰੂਰੀ ਹੁੰਦੇ ਆ, ਏਦਾਂ ਸਾਡੀ ਲਾਈਫ ਚਲਾਉਣ ਦੇ ਲਈ ਬਾਣੀ ਵੀ ਤੇ ਬਾਣਾ ਵੀ। ਜੇ ਬਾਣੀ ਹੀ ਬਾਣਾ ਨਹੀਂ ਤਾਂ ਵੀ ਅਸੀਂ ਕਮਜ਼ੋਰ ਹੋ ਸਕਦੇ ਹਾਂ। ਜੇ ਬਾਣਾ ਹੈ ਤੇ ਬਾਣੀ ਨਹੀਂ ਹੈ, ਫਿਰ ਤਾਂ ਸਿਰਫ ਦਿਖਾਵਾ ਹੋਏਗਾ। ਸੋ ਇਸ ਕਰਕੇ ਜਿੱਥੇ ਅਸੀਂ ਬਾਣੀ ਨਾਲ ਜੁੜਨਾ, ਉੱਥੇ ਅਸੀਂ ਗੁਰੂ ਸਾਹਿਬ ਦੇ ਦਿੱਤੇ ਹੋਏ ਬਾਣੇ ਨਾਲ ਵੀ ਜੁੜਨਾ ਹੈ ਜੀ। ਸਭ ਦਾ ਅਸੀਂ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਕਰਾਂਗੇ, ਪਰ ਸਮਾਪਤੀ ਤੋਂ ਪਹਿਲਾਂ ਇੱਕ ਗੱਲ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗੀ। ਅਸੀਂ ਸਾਰੇ ਕਈ ਵਾਰ ਪੁੱਛ ਲੈਂਦੇ ਹਾਂ ਨਾ, ਜਦੋਂ ਤੁਹਾਨੂੰ ਕਹੀਏ ਕਿ ਮਾਈਕ ਔਨ ਕਰਿਓ, ਤਾਂ ਮਾਈਕ ਔਨ ਕਰਦੇ ਆ, ਤੁਸੀਂ ਅਨਮਿਊਟ ਕਰਦੇ ਹੋ ਆਪਣੇ ਆਪ ਨੂੰ, ਤੁਸੀਂ ਕੁਐਸਚਨ ਪੁੱਛਦੇ ਹੋ ਆਈ ਐਮ ਆਡੀਬਲ। ਇੱਥੇ ਆਈ ਐਮ ਆਡੀਬਲ ਨਹੀਂ ਹੈ। ਤੁਸੀਂ ਕੁਐਸਚਨ ਪੁੱਛ ਰਹੇ ਤਾਂ ਪੁੱਛੋਗੇ ਤੁਸੀਂ ਐਮ ਆਈ ਆਡੀਬਲ। ਜਦੋਂ ਵੀ ਅਸੀਂ ਕੁਐਸਚਨ ਪੁੱਛਦੇ ਹਾਂ ਤਾਂ ਜਿਹੜੀ ਹੈਲਪਿੰਗ ਵਰਬ ਹੈ ਉਹ ਸਟਾਰਟਿੰਗ ਦੇ ਵਿੱਚ ਆਉਂਦਾ ਹੈ। ਸੋ ਪਲੀਜ਼ ਸਾਰੇ ਬੱਚੇ ਨੋਟ ਕਰਨ, ਜਦੋਂ ਵੀ ਤੁਸੀਂ ਪੁੱਛਣਾ ਹੋਵੇ ਨਾ ਕਿ ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ, ਤਾਂ ਤੁਸੀਂ ਬੋਲੋਗੇ ਐਮ ਆਈ ਆਡੀਬਲ। ਆਈ ਐਮ ਆਡੀਬਲ ਦਾ ਮਤਲਬ ਹੈ ਮੈਂ ਤੁਹਾਨੂੰ ਸੁਣ ਪਾ ਰਿਹਾ ਹਾਂ, ਹਨਾ। ਤਾਂ ਐਮ ਆਈ ਆਡੀਬਲ ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਸੋ ਜ਼ਰੂਰ ਸਾਰਿਆਂ ਨੇ ਨੋਟ ਕਰਨਾ ਜੀ। ਸੋ ਮੈਂ ਬੇਨਤੀ ਕਰਾਂਗੀ ਗਗਨਵੀਰ ਜੀ ਨੂੰ ਪਲੀਜ਼ ਉਹ ਸਕਰੀਨ ਸ਼ੇਅਰ ਕਰ ਦੇਣਗੇ, ਜਾਪ ਸੇਵਾ ਤੇ ਕੀਰਤਨ ਸੇਵਾ ਜਿਨ੍ਹਾਂ ਨੇ ਵੀ ਕਰਨਾ ਚਾਹੁੰਦੇ ਨੇ ਉਹ ਨੰਬਰਾਂ ਨੂੰ ਨੋਟ ਕਰਨ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਲੈ ਸਕਦੇ ਹੋ। ਕੋਈ ਵੀ ਵਿਦਿਆਰਥੀ ਇਹ ਨਾ ਸੋਚੇ ਕਿ ਮੇਰੇ ਕੋਲ ਵਾਜਾ ਨਹੀਂ ਹੈ, ਮੇਰੇ ਕੋਲ ਤਬਲਾ ਨਹੀਂ ਹੈ। ਤੁਸੀਂ ਬਿਨਾਂ ਵਾਜੇ ਤਬਲੇ ਦੇ ਵੀ ਕੀਰਤਨ ਕਰ ਸਕਦੇ ਹੋ, ਕਿਉਂਕਿ ਕੀਰਤਨ ਦਾ ਮਤਲਬ ਇਹ ਨਹੀਂ ਹੈ ਕਿ ਵਾਜਾ ਹੋਏਗਾ ਤੇ ਤਾਂ ਅਸੀਂ ਕੀਰਤਨ ਕਰ ਸਕਦੇ ਹਾਂ। ਜਦੋਂ ਅਸੀਂ ਉਸ ਰੱਬ ਨਾਲ ਜੁੜਦੇ ਹਾਂ, ਵਾਹਿਗੁਰੂ ਨਾਲ ਜੁੜਦੇ ਹਾਂ, ਪਰਮਾਤਮਾ ਨਾਲ ਜੁੜਦੇ ਹਾਂ ਤੇ ਉਹਦੀ ਉਸਤਤ ਕਰਦੇ ਹਾਂ, ਉਹੀ ਕੀਰਤਨ ਹੁੰਦਾ ਹੈ। ਸੋ ਕੋਈ ਵੀ ਵਿਦਿਆਰਥੀ ਜਿਹੜੇ ਵੀ ਕਰਨਾ ਚਾਹਣ ਜ਼ਰੂਰ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਜੀ। ਗਗਨਵੀਰ ਜੀ ਪਲੀਜ਼ ਸ਼ੇਅਰ ਕਰਨਾ ਜੀ। ਸੋ ਅਸੀਂ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।